ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम ਦੋਸਤੋ। ਮੈਂ ਤੁਹਾਡਾ ਦੋਸਤ ਫੈਸਲ ਪਰਦੇਸੀ। ਤੁਸੀਂ ਵੇਖ ਰਹੇ ਹੋ ਫੈਸਲ ਪਰਦੇਸੀ ਟੀਵੀ। ਦੋਸਤੋ ਅੱਜ ਬਹੁਤ ਅਹਿਮ ਦਿਨ ਆ ਕਿਉਂਕਿ ਸਾਡੇ ਦਿਲ ਦੀ ਹਸਰਤ ਪੂਰੀ ਹੋਈ ਜੀ। ਅੱਜ ਅਸੀਂ ਪਾਕਿਸਤਾਨ ਦੇ ਟਾਪ ਕੁਆਲਿਟੀ ਦੇ ਸੀਨੀਅਰ ਸ਼ਿਕਾਰੀ ਜਿਹੜੇ ਜਿਨ੍ਹਾਂ ਨੇ ਸ਼ਿਕਾਰ ਨੂੰ ਬਹੁਤ ਹੀ ਇੱਜ਼ਤ ਦਿੱਤੀ, ਸ਼ਿਕਾਰ ਨੂੰ ਬੜਾ ਹੀ ਪ੍ਰਮੋਟ ਕੀਤਾ, ਉਹਨਾਂ ਦੇ ਡੇਰੇ ਦੇ ਉੱਤੇ ਮੌਜੂਦ ਆ ਜੀ। ਦੋਸਤੋ ਇੰਤਜ਼ਾਰ ਦੀਆਂ ਘੜੀਆਂ ਖਤਮ। ਚੌਧਰੀ ਫਵਾਦ ਅਲੀ ਗੁੱਜਰ ਸਾਹਿਬ ਸਾਡੇ ਸਾਹਮਣੇ ਮੌਜੂਦ ਆ। ਦੋਸਤੋ ਹਰ ਛੋਟਾ ਵੱਡਾ ਸ਼ਿਕਾਰੀ ਇਹਨਾਂ ਨੂੰ ਜਾਣਦਾ ਵਾ, ਇਹਨਾਂ ਦੇ ਸ਼ਿਕਾਰ ਤੋਂ ਵਾਕਿਫ ਆ ਤੇ ਸ਼ਿਕਾਰ ਕਰਕੇ ਵਿਖਾਇਆ। ਤੇ ਮਾਸ਼ਾਅੱਲਾ ਮਹਿਫਲ ਪੱਖੀ ਹੋਈ ਹੈ ਜੀ ਸਰਦਾਰ ਸਾਹਿਬ ਦੇ ਡੇਰੇ ਤੇ ਆਏ ਆ ਜੀ। ਸਾਰੇ ਦੋਸਤ ਬਾਬ ਸਰਦਾਰ ਸਾਹਿਬ ਦੇ ਕੋਲ ਬੈਠੇ ਹੋਏ ਦੋਸਤੋ। ਇਹਨਾਂ ਨਾਲ ਕੁਝ ਚੰਦ ਕੀਮਤੀ ਸਵਾਲ ਕਰਾਂਗੇ ਸ਼ਿਕਾਰ ਦੇ ਬਾਰੇ 'ਚ ਕਿ ਸ਼ਿਕਾਰ ਨੂੰ ਇਹਨਾਂ ਨੇ ਐਡੇ ਮਜ਼ਬੂਤ ਤਰੀਕੇ ਦੇ ਨਾਲ ਕੀਤਾ ਤੇ ਕਰਕੇ ਵਿਖਾਇਆ, ਦੁਨੀਆ ਨੂੰ ਦੱਸਿਆ ਕਿ ਇਸ ਤਰ੍ਹਾਂ ਸ਼ਿਕਾਰ ਕਰੀਦਾ। ਸਰਦਾਰ ਸਾਹਿਬ ਦੀ ਤਰਫ ਚੱਲਦੇ ਹਾਂ ਤੇ ਮੈਂ ਸਭ ਤੋਂ ਪਹਿਲਾਂ ਇਹਨਾਂ ਦਾ ਸ਼ੁਕਰਗੁਜ਼ਾਰ ਹਾਂ, ਇਹਨਾਂ ਨੇ ਆਪਣੇ ਕੀਮਤੀ ਵਕਤ ਦੇ ਵਿੱਚੋਂ ਸਾਨੂੰ ਟਾਈਮ ਦਿੱਤਾ। अस्सलाम वालेकुम। वालेकुम अस्सलाम जी। ਸਰ ਕੀ ਹਾਲ ਹੈ? ਠੀਕ ਹੋ जी अल्लाह दा करम है। ਸਰ? ਮਾਸ਼ਾਅੱਲਾ ਬੜਾ ਅੱਛਾ ਸ਼ੌਕ ਸ਼ਿਕਾਰ ਕੀਤਾ ਤੇ ਬੜਾ ਅੱਛਾ ਤੁਸੀਂ ਸਾਡੇ ਨਾਲ ਤਾਵਨ ਕੀਤਾ, ਅੱਛਾ ਇਸਤਕਬਾਲ ਕੀਤਾ। ਸਰਦਾਰ ਸਾਹਿਬ ਦੇ ਡੇਰੇ ਦੇ ਉੱਤੇ ਦੋਸਤੋ ਮੌਜੂਦ ਆ ਤੇ ਇਹਨਾਂ ਦੇ ਚੈਂਪੀਅਨ ਜਿਹੜੇ ਕੁੱਤੇ ਆ ਉਹਨਾਂ ਦੇ ਬਾਰੇ 'ਚ ਵੀ ਗੱਲ ਹੋਏਗੀ। ਸਭ ਤੋਂ ਪਹਿਲਾਂ ਗੱਲ, ਸਰਦਾਰ ਸਾਹਿਬ ਕਿੰਨੇ ਅਰਸੇ ਤੋਂ ਸ਼ੌਕ ਸ਼ਿਕਾਰ ਕਰ ਰਹੇ? ये टोटल 3 साल होए ने जी सानू। 3 ਸਾਲ ਹੋਏ। ਸਰਦਾਰ ਸਾਹਿਬ ਬਚਪਨ ਤੋਂ ਸ਼ੌਕ ਸੀ, ਵਾਲਿਦ ਸਾਹਿਬ ਨੇ ਕੀਤਾ ਕਿ ਤੁਸੀਂ ਤੁਹਾਡੇ ਅੰਦਰ ਜਨੂਨ ਪੈਦਾ ਹੋਇਆ? नहीं जी, सिर्फ मेरा शौक है जी। ਤੁਹਾਡਾ ਸ਼ੌਕ। ਤੇ ਸਰਦਾਰ ਸਾਹਿਬ ਮਾਸ਼ਾਅੱਲਾ ਇੰਨੇ ਵੱਡੇ ਥੰਬਾਂ ਨੂੰ ਜਾਂ ਇੰਨੇ ਅੱਛੇ ਸ਼ਿਕਾਰੀਆਂ ਦੇ ਨਾਲ ਮੁਕਾਬਲਾ ਕੀਤਾ ਤੇ ਕਿਸ ਤਰ੍ਹਾਂ ਦਾ ਫੀਲ ਕਰ ਰਹੇ ਹੋ ਹੁਣ? ਮਾਸ਼ਾਅੱਲਾ ਇੰਨੇ ਕਮ ਵਕਤ ਦੇ ਵਿੱਚ ਇੰਨਾ ਜ਼ਿਆਦਾ ਨਾਮ ਪੈਦਾ ਕਰ ਗਏ ਹੋ ਸ਼ੌਕ ਸ਼ਿਕਾਰ ਦੇ ਅੰਦਰ। ਕਿਸ ਤਰ੍ਹਾਂ ਕਿਹੜੀ ਕਿਹੜੀ ਮੁਸ਼ਕਲਾਤ ਆਈ, ਕਿਸ ਤਰ੍ਹਾਂ ਤੁਸੀਂ ਮਾਸ਼ਾਅੱਲਾ ਸਾਰੀ ਮੁਸ਼ਕਲਾਤ ਨੂੰ ਫੇਸ ਕੀਤਾ? फैसल साहब, ਜਿਹੜੀ ਤੁਸੀਂ ਇਹ ਸਵਾਲ ਕੀਤਾ ਕਿ ਇੰਨੇ ਵੱਡੇ ਸ਼ਿਕਾਰੀਆਂ ਦੇ ਨਾਲ ਤੁਸੀਂ ਸ਼ੌਕ ਕੀਤਾ, ਸਿਰਫ ਇੱਥੇ ਤੱਕ ਗੱਲ ਨਹੀਂ। ਇੰਨੇ ਵੱਡੇ ਸ਼ਿਕਾਰੀਆਂ ਨਾਲ ਅਸੀਂ ਸ਼ੌਕ ਕੀਤਾ, ਉਹਦੇ ਤੋਂ ਬਾਅਦ ਉਹਨਾਂ ਨੂੰ ਬੀਟ ਕੀਤਾ, ਉਹਨਾਂ ਤੋਂ ਵਿਨ ਕੀਤਾ ਅਸੀਂ। ਔਰ ਵਿਨ ਵੀ ਇਸ ਤਰੀਕੇ ਨਾਲ ਕੀਤਾ ਕਿ ਅਸੀਂ ਜਾਨਵਰ ਥੱਲੇ ਦਿੱਤੇ, ਉਹਨਾਂ ਜਾਨਵਰ ਆਪਣੀ ਮਰਜ਼ੀ ਦੇ ਚੁਣ ਕੇ ਪੂਰੇ ਪਾਕਿਸਤਾਨ ਤੋਂ ਲਗਾਏ ਔਰ ਅਸੀਂ ਉਹਨਾਂ ਨੂੰ ਚੈਲੰਜ ਕੀਤਾ, ਅਸੀਂ ਉਹ ਚੈਲੰਜ ਵਿਨ ਕੀਤਾ। ਇਹ ਪਿਛਲੇ 2-3 ਸਾਲ ਤੋਂ ਇਸ ਤਰ੍ਹਾਂ ਚੱਲਦਾ ਆ ਰਿਹਾ ਔਰ ਮੁxtਲਿਫ ਗਰੁੱਪਾਂ ਦੇ ਨਾਲ ਅਸੀਂ ਮੈਚ ਕੀਤੇ। ਮੁਸ਼ਕਲਾਤ ਇਹਦੇ 'ਚ ਬਹੁਤ ਸਾਰੀਆਂ ਆਉਂਦੀਆਂ ਨੇ, ਉਧਰ ਤੁਹਾਡੇ ਨਾਲ ਕਿਹੜੀ ਕਿਹੜੀ ਗੱਲ ਦਾ ਜ਼ਿਕਰ ਕਰੀ ਉਹ ਬੜਾ ਮਸਲਾ ਹੋ ਜਾਂਦਾ ਹੈ। ਫਿਰ ਬੜੇ ਸ਼ਿਕਾਰੀ ਜਿਹੜੇ ਪੁਰਾਣੇ ਨੇ ਨਾਰਾਜ਼ ਹੋ ਜਾਂਦੇ ਨੇ। ਨਹੀਂ, ਮੈਂ ਤੁਹਾਨੂੰ ਸਵਾਲ ਮੇਰੇ ਦਿਲ 'ਚ ਜਿਹੜਾ ਸਵਾਲ ਪੁੱਛਦਾ ਕਿ ਤੁਹਾਡੇ ਮੈਚ ਹੋਏ 2 ਗਰੁੱਪਾਂ ਦੇ ਨਾਲ, ਇਹ ਮੈਚ ਕਿਸ ਤਰ੍ਹਾਂ ਫਿਕਸ ਹੋਏ, ਕਿਸ ਤਰ੍ਹਾਂ ਚੈਲੰਜ ਹੋਏ, ਕਿਸ ਤਰ੍ਹਾਂ ਮੈਚ ਗਾਂਢੀ ਜੋੜ ਹੋਏ? ਇਹਦੇ ਬਾਰੇ ਥੋੜੀ ਤਫਸੀਲ ਆਵਾਮ ਨੂੰ ਦੱਸ ਦਿਓ ਤਾਂ ਕਿ ਉਹਨਾਂ ਨੂੰ ਰਹਿਨਮਾਈ ਹੋ ਜਾਏ। ਫੈਸਲ ਸਾਹਿਬ, ਜਿਹੜੇ ਵੱਡੇ ਗਰੁੱਪ ਨੇ ਪਹਿਲੇ ਜਿਹੜੇ ਆਪਣੇ ਆਪ ਨੂੰ ਚੈਂਪੀਅਨ ਔਰ ਕਿੰਗ ਕਹਿੰਦੇ ਨੇ, ਉਹ ਨਵੇਂ ਗਰੁੱਪ ਦੇ ਨਾਲ ਮੈਚ ਨਹੀਂ ਰੱਖਦੇ। ਸਭ ਤੋਂ ਮੇਨ ਮਸਲਾ ਜਿਹੜਾ ਸ਼ਿਕਾਰੀਆਂ ਨੂੰ ਆਉਂਦਾ ਹੈ ਉਹ ਸਭ ਤੋਂ ਇਹ ਆਉਂਦਾ ਹੈ। ਉਹ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹ ਆਸਾਨ ਮੈਚ ਲੜ ਕੇ ਔਰ ਉਹਨਾਂ ਨੂੰ ਵਿਨ ਕਰਦੇ ਰਹਿਣ, ਉਹਨਾਂ ਦਾ ਮਿਆਰ ਬਰਕਰਾਰ ਰਵੇ। ਈਜ਼ੀ ਮੈਚ ਔਰ ਈਜ਼ੀ ਟਾਰਗੇਟ ਉਹ ਢੂੰਡਦੇ ਨੇ। ਜਿਸ ਟਾਈਮ ਉਹਨਾਂ ਨੂੰ ਨਜ਼ਰ ਆ ਜਾਂਦਾ ਹੈ ਕਿ ਦੂਸਰੇ ਸ਼ਿਕਾਰੀ ਕੋਲ ਅੱਛਾ ਜਾਨਵਰ ਹੈ, ਉਹਦੇ ਤੋਂ ਉਹ ਕੰਨੀ ਮਾਰਦੇ ਨੇ। ਸਹੀ। ਉਹਦੇ ਤੋਂ ਬਲਕਿ ਆਪਣਾ ਜਾਨ ਛੁਡਾਉਂਦੇ ਨੇ ਕਿ ਸਾਡੇ ਜਾਨਵਰ ਇਹਨਾਂ ਤੋਂ ਹਾਰ ਜਾਣਗੇ ਔਰ ਸਾਡਾ ਮਿਆਰ ਥੱਲੇ ਆ ਜਾਏਗਾ, ਔਰ ਉਹ ਉਹਨਾਂ ਨਾਲ ਸ਼ਿਕਾਰ ਨਹੀਂ ਕਰਦੇ। ਇਹਨਾਂ ਨੂੰ ਬੜੇ ਟੈਕਨੀਕਲ ਤਰੀਕੇ ਦੇ ਨਾਲ ਅਸੀਂ ਫੇਸ ਕੀਤਾ। ਇਹਨਾਂ ਨੂੰ ਅਸੀਂ ਦਾਵਤ ਦੇ ਕੇ ਇਹਨਾਂ ਦੇ ਗਰੁੱਪ ਮੈਂਬਰਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਨਾਲ ਰਿਕੁਐਸਟ ਕਰਕੇ, ਉਹਨਾਂ ਦੀ ਮਿਹਰਬਾਨੀ ਹੈ ਕਿ ਉਹਨਾਂ ਸਾਡੇ ਨਾਲ ਸ਼ੌਕ ਕਰ ਲਿਆ। ਜ਼ਬਰਦਸਤ। ਸਭ ਤੋਂ ਮੇਨ ਪਹਿਲਾ ਸਾਡਾ ਮੈਚ ਸੀ ਇਸ ਸੀਜ਼ਨ ਦਾ ਅਵਾਨ ਗਰੁੱਪ ਦੇ ਨਾਲ, ਆਸ਼ਿਕ ਅਵਾਨ ਸਾਹਿਬ ਨਾਲ। ਹਾਂਜੀ, ਉਹ 7 ਮੈਚ ਵਿਨਰ ਨੇ, ਲਗਾਤਾਰ ਕੰਟੀਨਿਊਸਲੀ ਜਿੱਤੇ ਆ ਰਹੇ ਨੇ। ਸਹੀ। ਸਾਡਾ ਉਹਨਾਂ ਨੂੰ ਚੈਲੰਜ ਸੀ ਕਿ ਅਸੀਂ ਤੁਹਾਡੇ ਕੋਲ ਟਾਈਟਲ ਲੈਣਾ ਹੈ। ਸਹੀ। ਨੰਬਰ 1 ਦਾ ਟਾਈਟਲ ਤੇ ਸਾਡੇ ਕੋਲ, ਤੁਹਾਨੂੰ ਪਤਾ ਹੈ ਪਿਛਲੇ ਤੁਸੀਂ ਕਵਰ ਕੀਤੇ ਆ ਬਲੈਕ ਬਲੇਡ ਨੂੰ ਔਰ ਡਾਨ ਨੂੰ। ਬਿਲਕੁਲ ਜੀ। ਪਿਛਲੇ ਸਾਲ ਅਸੀਂ ਸ਼ਾਨੀ ਮੀਰਵਾਲ ਸਾਹਿਬ ਦੇ ਖਿਲਾਫ ਜਿੱਤੇ ਆ। ਹਾਂਜੀ ਬਿਲਕੁਲ। ਉਸ ਟਾਈਮ ਉਹਨਾਂ ਕੋਲ ਯੂਰੀ ਕਿੰਗ ਸੀ। ਸਹੀ। ਸਾਡਾ ਟਾਰਗੇਟ ਸੀ ਕਿ ਅਸੀਂ ਜਾਨਵਰ ਦਾ ਨੰਬਰ 1 ਦਾ ਟਾਈਟਲ ਲਵੀਏ। ਸਹੀ। ਫਿਰ ਆ ਗਈ ਗੱਲ ਕਿ ਅਸੀਂ ਜਾਨਵਰ ਲੜਾਣਾ ਸੀ ਐਸੇ ਗਰੁੱਪ ਦੇ ਨਾਲ ਜਿਹਦੇ ਤੋਂ ਅਸੀਂ ਮੈਚ ਜਿੱਤੀਏ। ਸਹੀ। ਔਰ ਨੰਬਰ 1 ਦਾ ਟਾਈਟਲ ਲਵੀਏ। ਸਹੀ। ਇਹਦੇ ਵਿੱਚ ਬੜੇ ਹੀ ਮੁਸ਼ਕਲਾਤ ਆਉਂਦੀਆਂ ਨੇ। ਨਵੇਂ ਗਰੁੱਪ ਵਾਸਤੇ ਪੋਸੀਬਲ ਨਹੀਂ, ਲੋਕ ਉਹਨਾਂ ਨਾਲ ਮੈਚ ਨਹੀਂ ਕਰਦੇ। ਸਹੀ। ਇਹ ਮੈਨੂੰ ਸਿਰਫ ਮੁਸ਼ਕਲਾਤ ਨਹੀਂ ਆਉਂਦੀਆਂ, ਹੋਰ ਵੀ ਜਿਹੜੇ ਲੋਕ ਨਵਾਂ ਮੈਚ ਰੱਖਣਾ ਚਾਹੁੰਦੇ ਨੇ, ਨਵੇਂ ਗਰੁੱਪ ਆਉਂਦੇ ਨੇ, ਉਹਨਾਂ ਨੂੰ ਵੀ ਮੁਸ਼ਕਲਾਤ ਆਉਂਦੀਆਂ। ਸਹੀ। ਅਸੀਂ ਉਹਨਾਂ ਨੂੰ ਗਰਾਊਂਡ ਦਿੱਤੇ, ਅਸੀਂ ਉਹਨਾਂ ਦੀ ਅੱਛੀ ਹਸਪਿਟੈਲਿਟੀ ਕੀਤੀ। ਉਹਦੇ ਤੋਂ ਬਾਅਦ ਉਹਨਾਂ ਨੂੰ ਅੱਛੇ ਤਰੀਕੇ ਨਾਲ ਵੈਲਕਮ ਕੀਤਾ। ਆਪਣੇ اخلاق ਦੇ ਨਾਲ, ਆਪਣੀ ਅੱਛੀ ਗੱਲਬਾਤ ਦੇ ਨਾਲ ਅਸੀਂ ਉਹਨਾਂ ਨੂੰ ਮੁਤਾਸਰ ਕੀਤਾ। ਉਹਨਾਂ ਨੇ ਫਿਰ ਸਾਡੇ ਨਾਲ ਸ਼ੌਕ ਸ਼ਿਕਾਰ ਕੀਤਾ। ਸਹੀ ਜੀ। ਜੀ। ਉਹ ਆਪਣਾ ਫਿਰ ਵੀ ਜਦ ਕੋਸ਼ਿਸ਼ ਇਹੀ ਹੁੰਦੀ ਉਹਨਾਂ ਦੀ ਕਿ ਸਾਡੇ ਕੋਲ ਟਾਈਟਲ ਨਾ ਜਾਏ। ਸਹੀ। ਫਿਰ ਸ਼ਿਕਾਰ ਦੇ ਵਿੱਚ ਹੋਰ ਬੜੇ ਮਸਾਇਲ ਨੇ, ਸਾਲਸੀ ਦੇ ਮਸਾਇਲ ਨੇ, ਬਹੁਤ ਲੰਬਾ ਇੰਟਰਵਿਊ ਹੋ ਜਾਏਗਾ।
ਤੁਸੀਂ ਸਵਾਲ ਜਿਸ ਟਾਈਮ ਕਰੋਗੇ ਮੈਂ ਤੁਹਾਨੂੰ ਉਹਦਾ ਜਵਾਬ ਦਿੰਦਾ ਜਾਵਾਂਗਾ। ਅੱਛਾ ਸਰਦਾਰ ਸਾਹਿਬ, ਬੜੇ ਬੜੇ ਅੱਛੇ ਸ਼ਿਕਾਰੀਆਂ ਦੇ ਕੋਲੋਂ ਗਰਾਊਂਡ ਦੀ ਬਹੁਤ ਹੀ ਮੁਸ਼ਕਲਾਤ ਆਉਂਦੀ ਅੱਜ ਕੱਲ੍ਹ ਦੇ ਦੌਰ ਦੇ ਵਿੱਚ, ਜੋ ਮੈਚਾਂ ਦੀ ਪੋਜੀਸ਼ਨ ਹੋਈ। ਰੀਸੈਂਟਲੀ 21 ਤਰੀਕ ਨੂੰ ਮੈਚ ਸੀ ਪੈਂਥਰ ਗਰੁੱਪ ਦਾ ਸਰਦਾਰ ਇਮਰਾਨ ਸਾਹਿਬ ਦੇ ਨਾਲ, ਇਤਿਹਾਦ ਗਰੁੱਪ ਦੇ ਨਾਲ, ਤੇ ਸਵੇਰ 4-5 ਵਜੇ ਯਾਨੀ ਕਿ ਸੂਹ ਉੱਡਣੀ ਸ਼ੁਰੂ ਹੋ ਜਾਂਦੀ ਆ ਕਿ ਮੈਚ ਕੈਂਸਲ ਹੋਣ ਦੇ ਮਕਾਮ ਤੇ ਪਹੁੰਚ ਗਿਆ, ਮੈਚ ਨਹੀਂ ਹੋਏਗਾ। ਉਸ ਤੋਂ ਬਾਅਦ ਯਕਦਮ ਅਚਾਨਕ ਸੂਹ ਆਂਦੀ ਹੈ ਜੀ, ਗੱਡੀਆਂ ਨੇ ਰੁੱਖ ਹਾਫਜ਼ਾਬਾਦ ਵੱਲ ਨੂੰ, ਖਾਨਕਾ ਡੋਗਰਾ ਇੰਟਰਚੇਂਜਾਂ ਨੂੰ ਕਰ ਲਿਆ ਕਿ ਸਰਦਾਰ ਫਵਾਦ ਅਲੀ ਗੁੱਜਰ ਸਾਹਿਬ ਨੇ ਪਿੰਡ ਦਿੱਤਾ, ਤੇ ਮਾਸ਼ਾਅੱਲਾ ਪਿੰਡ ਵੀ ਦਿੱਤਾ, ਤੇ ਪਿੰਡ ਦੇ ਕੇ ਦੱਸਿਆ ਵੀ ਇੰਨੇ ਐਕਟਿਵ ਤੁਹਾਡੀ ਇੰਤਜ਼ਾਮੀਆ ਕਿ ਉਹਨਾਂ ਨੇ ਅੱਧੇ ਘੰਟੇ 'ਚ 2 ਘੰਟੇ ਦੇ ਅੰਦਰ ਇੰਤਜ਼ਾਮ ਵੀ ਦਿੱਤਾ, ਇੰਤਜ਼ਾਮੀਆ ਵੀ ਤੁਸੀਂ ਦਿੱਤਾ, ਗਰਾਊਂਡ ਵੀ ਦਿੱਤਾ, ਉਹਨਾਂ ਨੂੰ ਕੁਰਸੀਆਂ ਵੀ ਦਿੱਤੀਆਂ। ਇਹਦੇ ਬਾਰੇ 'ਚ ਕੀ ਕਹੋਗੇ? ਫੈਸਲ ਸਾਹਿਬ, ਸਭ ਤੋਂ ਪਹਿਲੇ ਤੇ ਇੰਤਜ਼ਾਮੀਆ ਕੋਈ ਨਹੀਂ, ਅਸੀਂ ਸਭ ਇੱਕ ਫੈਮਿਲੀ ਮੈਂਬਰਸ ਹਾਂ। ਅਸੀਂ ਇੱਥੇ 5 ਪਿੰਡ ਵਸਨੇ ਆਪੇ ਚੱਕ ਗੁਜਰਾ, ਜਿਨ੍ਹਾਂ ਦਾ ਇਸ ਟਾਈਮ ਪੂਰੇ ਪਾਕਿਸਤਾਨ ਦੇ ਵਿੱਚ, ਪੂਰੇ ਵਰਲਡ ਦੇ ਵਿੱਚ ਨਾਮ ਹੈ। ਸਹੀ। ਇਹ ਅਸੀਂ ਸਭ ਕੁਝ ਆਪਸ ਵਿੱਚ ਭਾਈਆਂ ਦੀ ਤਰ੍ਹਾਂ ਰਿਲੇਟਿਵ ਆ, ਸਾਰੇ ਇੱਕ ਫੈਮਿਲੀ ਮੈਂਬਰ ਆ। ਸਹੀ। ਇਹ ਸਾਨੂੰ ਕੋਈ ਇੰਤਜ਼ਾਮੀਆ ਬਾਹਰੋਂ ਅਰੇਂਜ ਨਹੀਂ ਕਰਨੀ ਪੈਂਦੀ। ਸਹੀ। ਇਹ ਸਾਰੇ ਦੋਸਤ ਜਿਤਨੇ ਬੈਠੇ ਨੇ ਸਾਰੇ ਮੇਰੇ ਫੈਮਿਲੀ ਮੈਂਬਰਸ ਨੇ। ਸਹੀ ਹੋ। ਇਹ ਤੁਸੀਂ ਦੇਖ ਰਹੇ ਹੋ, ਇਹ ਤੁਹਾਨੂੰ ਚੰਦ ਨਜ਼ਰ ਆ ਰਹੇ ਨੇ ਇਹਨਾਂ ਵਿੱਚ। ਸਹੀ। ਕੋਈ ਮੈਚ ਦੇ ਦੌਰਾਨ ਸੋਮਾਂ ਦੇ ਹਿਸਾਬ ਦੇ ਨਾਲ ਇਹ ਉੱਥੇ ਮੌਜੂਦ ਹੁੰਦੇ ਨੇ। ਸਹੀ। ਸਾਡੇ ਵਾਸਤੇ ਅੱਧੇ ਘੰਟੇ 'ਚ ਮੈਚ ਕਰਾਉਣਾ ਕੋਈ ਮਸਲਾ ਨਹੀਂ, ਲੋਕਾਂ ਵਾਸਤੇ ਮਸਲਾ ਹੋਏਗਾ, ਸਾਡੇ ਵਾਸਤੇ ਕੋਈ ਮਸਲਾ। ਸਹੀ। ਯਾਨੀ ਕਿ ਕਹਿ ਸਕਦੇ ਹੋ ਕਿ ਪ੍ਰਿੰਸ ਆਫ ਸ਼ਿਕਾਰ, ਕਿ ਸ਼ਿਕਾਰ ਤੁਸੀਂ ਕਰਨਾ ਜਾਣਦੇ ਹੋ ਤੇ ਐਟ ਅ ਟਾਈਮ ਵੀ ਕਰਨਾ ਜਾਣਦੇ ਹੋ ਜੀ, ਤੇ ਉਹ ਕਰਕੇ ਤੁਸੀਂ ਦਿਖਾਇਆ। ਪੁਰਸਕੂਨ ਮੈਚ ਹੋਇਆ, ਜੀ। ਤੇ ਉਹ ਮੈਂ ਕਹਿਣਾ ਨਹੀਂ ਚਾਹਾਂਗਾ ਕਿ ਜੋ ਅੱਜ ਕੱਲ੍ਹ ਹਾਲਾਤ ਆ ਕਿ ਕਿਸ ਤਰ੍ਹਾਂ ਮੈਚ ਕਰਵਾਉਣੇ ਬਹੁਤ ਜ਼ਿਆਦਾ ਮੁਸ਼ਕਿਲ ਹੋਏ ਆ। ਅੱਛੇ ਗਰੁੱਪ ਦਾ ਮੈਚ ਸੀ, ਉਹਨਾਂ ਨੂੰ ਵੀ ਮੁਸ਼ਕਿਲਾਤ ਪੈਦਾ ਹੋਈ, ਲੇਕਿਨ ਤੁਸੀਂ ਉਹ ਮੁਸ਼ਕਿਲਾਤ ਦੂਰ ਕਰਤੀ। ਸ਼ਾਮ ਤੱਕ ਮੈਚ ਹੋਇਆ, ਅੱਛਾ ਇੰਤਜ਼ਾਮ ਦਿੱਤਾ। ਆਵਾਮ ਵੀ ਇਹ ਚਾਹੁੰਦੀ ਆ ਕਿ ਯਾਰ ਪੁਰਸਕੂਨ ਮੈਚ ਹੋਵੇ ਤੇ ਜਾ ਕੇ ਅਸੀਂ ਮੈਚ ਦੇਖੀਏ, ਸਾਨੂੰ ਕੁਰਸੀਆਂ ਮਿਲ ਜਾਣ, ਸ਼ਾਮ ਤੱਕ ਅਸੀਂ ਸ਼ਿਕਾਰ ਦੇਖੀਏ, ਸ਼ਿਕਾਰ ਦੇਖਣ ਤੋਂ ਬਾਅਦ ਅਸੀਂ ਪੁਰਸਕੂਨ ਘਰ ਚੱਲ ਜਾਈਏ, ਸਾਨੂੰ ਰਸਤੇ ਨਾ ਬਦਲਣੇ ਪੈਣ ਕਿ ਉੱਥੇ ਮਾਮੂ ਖੜੇ ਆ, ਉੱਥੇ ਖੜੇ, ਉੱਥੇ ਖੜੇ। ਇਹ ਤੁਸੀਂ ਡਰ ਬਿਲਕੁਲ ਖਤਮ ਕਰਤਾ। ਤੇ 22 ਤਰੀਕ ਨੂੰ ਵੀ ਬਿਲਕੁਲ ਇਹੀ ਸੇਮ ਹੋਇਆ ਕਿ ਸ਼ਾਮ ਤੱਕ ਸ਼ਿਕਾਰ ਹੋਇਆ, ਸ਼ਾਮ ਤੱਕ ਅੱਛੇ ਮਿਆਰੀ ਜਾਨਵਰ ਲੜੇ। ਅੱਛਾ ਮੈਂ ਚਲੋ ਅਸੀਂ ਤੇ ਤੁਹਾਡਾ ਸ਼ੌਕ ਸ਼ਿਕਾਰ ਵੇਖਿਆ ਵਾ, ਦੋਸਤਾਂ ਨੂੰ ਵੀ ਦੱਸ ਦਿਓ ਇਸ ਟਾਈਮ ਆਪਣੇ ਡੇਰੇ ਤੇ ਮਾਸ਼ਾਅੱਲਾ ਕਿੰਨੇ ਜਾਨਵਰ? ਤੁਹਾਡੇ ਜਾਨਵਰਾਂ ਦਾ ਜਵਾਬ ਦੇਣ ਤੋਂ ਪਹਿਲਾਂ ਮੈਂ ਤੁਹਾਨੂੰ ਅਰਜ਼ ਕਰ ਦਿਆਂ ਇਸ ਮੈਚ ਦੇ ਹਵਾਲੇ ਦੇ ਨਾਲ, ਅਗਰ ਤੁਹਾਡਾ ਅਖਲਾਕ ਅੱਛਾ ਔਰ ਤੁਹਾਡਾ ਕਿਰਦਾਰ ਅੱਛਾ ਆਪਣੇ ਇਲਾਕੇ ਦੇ ਵਿੱਚ, ਜੀ, ਤੁਹਾਨੂੰ ਇੰਤਜ਼ਾਮੀਆ ਸਪੋਰਟ ਕਰਦੀ ਹੈ। ਸਹੀ। ਅਗਰ ਤੁਸੀਂ ਉਹਨੂੰ ਮੈਚ ਨੂੰ ਅੱਛੇ ਤਰੀਕੇ ਨਾਲ ਮੈਨੇਜ ਕਰਦੇ ਹੋ ਔਰ ਉੱਥੇ ਕੋਈ ਲੜਾਈ ਝਗੜਾ ਔਰ ਉੱਥੇ ਕੋਈ ਬਦਨਜ਼ਮੀ ਨਹੀਂ ਕਰਦੇ, ਤੇ ਪਾਕਿਸਤਾਨ ਦੀ ਸਕਾਫਤ ਨੂੰ ਕੋਈ ਬੰਦਾ ਵੀ ਐਸਾ ਨਹੀਂ ਕਿ ਜਿਹੜਾ ਪ੍ਰਮੋਟ ਨਾ ਕਰਦਾ। ਸਹੀ। ਰਹੀ ਗੱਲ ਕਿ ਮੈਚ ਇੰਨਾ ਵੱਡਾ ਹਾਈਪ ਵਾਲਾ ਮੈਚ ਕਰਵਾਉਣਾ, ਮੈਚ 2 ਤਰ੍ਹਾਂ ਦੇ ਹੁੰਦੇ ਨੇ। ਇੱਕ ਮੈਚ ਹੁੰਦਾ ਜਿਹੜਾ ਆਮ ਨਾਰਮਲ ਮੈਚ ਹਰ ਹਫਤੇ ਔਰ ਇਤਵਾਰ ਨੂੰ ਹੁੰਦੇ ਨੇ, ਬਿਲਕੁਲ ਸਹੀ। ਉਹ ਕਰਵਾ ਲੈਣੇ ਬਹੁਤ ਈਜ਼ੀ ਨੇ। ਸਹੀ। ਜਿਸ ਟਾਈਮ ਮੈਚ ਦਾ ਕਰਾਊਡ ਜ਼ਿਆਦਾ ਹੁੰਦਾ ਹੈ, ਉਹਦਾ ਵਰਲਡ ਤੇ ਨਾਮ ਹੁੰਦਾ ਹੈ, ਕੋਈ ਅੱਛਾ ਜੋੜ ਲੜਨਾ ਹੁੰਦਾ ਹੈ, ਉਹਦੇ ਕਰਵਾ ਲੈਣਾ ਇਤਨਾ ਈਜ਼ੀ ਨਹੀਂ, ਬਿਲਕੁਲ ਪੋਸੀਬਲ ਨਹੀਂ। ਬਿਲਕੁਲ ਇਸ ਤਰ੍ਹਾਂ, ਉਹਦੇ ਵਿੱਚ ਬਹੁਤ ਸਾਰੇ ਮਸਾਇਲ ਹੁੰਦੇ ਨੇ, ਬਿਲਕੁਲ ਇਸ ਤਰ੍ਹਾਂ, ਲੇਕਿਨ ਅਸੀਂ ਉਹਨੂੰ ਤੁਸੀਂ ਦੇਖਿਆ ਕਿ ਅੱਛੇ ਤਰੀਕੇ ਨਾਲ ਮੈਨੇਜ ਅੱਛੇ ਕੀਤਾ। ਤਰੀਕੇ ਨਾਲ ਕਰਵਾਇਆ। ਉਹ ਮੈਂ ਮੈਨੇਜ ਕੀਤਾ ਜੀ ਆਪਣੇ ਫੈਮਿਲੀ ਮੈਂਬਰਸ ਦੇ ਸਿਰ ਦੇ ਉੱਤੇ। ਸਹੀ। ਮੈਨੂੰ ਇਹ ਰਿਸਪੈਕਟ ਦਿੰਦੇ ਨੇ, ਮੈਂ ਤੇ ਤੁਹਾਡੇ ਸਾਹਮਣੇ ਬੈਠਾ ਹੁੰਦਾ ਉੱਥੇ ਕੁਰਸੀ ਤੇ, ਬਿਲਕੁਲ ਜੀ, ਟੋਟਲ ਮੈਨੇਜ ਕਰਦੇ ਨੇ ਇਹ। ਬਿਲਕੁਲ ਸਹੀ। ਔਰ ਪੂਰੇ ਪਾਕਿਸਤਾਨ ਨੂੰ ਇਹਨਾਂ ਦਾ ਸ਼ੁਕਰੀਆ ਅਦਾ ਕਰਨਾ। ਬਿਲਕੁਲ ਸਹੀ। ਮੈਂ ਵੀ ਬਾਹਰ ਤੋਂ ਆਣਾ, ਬਾਹਰ ਤੋਂ ਆ ਕੇ ਟਿਕਟ ਅਸੀਂ ਕਰਾਉਂਦੇ ਹਾਂ ਤੇ ਆ ਜਾਂਦੇ ਹਾਂ, ਔਰ ਇਹ ਸਾਡੀ ਅੱਗੇ ਇਤਨੀ ਇੱਜ਼ਤ ਅਫਜ਼ਾਈ ਕਰਦੇ ਨੇ ਕਿ ਸਾਰਾ ਅੱਗੋਂ ਮੈਨੇਜਮੈਂਟ ਕਰ ਲੈਂਦੇ ਨੇ। ਸਹੀ। ਇਹਦੇ ਤੋਂ ਇਲਾਵਾ ਇੱਥੇ ਤੁਸੀਂ ਇਹ ਜ਼ਿਕਰ ਕੀਤਾ ਸਿਰਫ ਗਰਾਊਂਡ ਦੀ ਹੱਦ ਤੱਕ। ਹਾਂਜੀ। ਸਾਡਾ ਮੇਲਾ ਸ਼ੁਰੂ ਹੋ ਜਾਂਦਾ 1-2 ਦਿਨ ਪਹਿਲੇ। ਹਾਂਜੀ। ਸਾਡੇ ਰਿਲੇਟਿਵ, ਸਾਡੇ ਦੋਸਤ ਅਹਿਬਾਬ ਜਿਤਨੇ ਨੇ ਉਹ ਪਹਿਲੇ ਆਣਾ ਸ਼ੁਰੂ ਹੋ ਜਾਂਦੇ ਨੇ। ਬਿਲਕੁਲ ਸਹੀ। ਉਹ ਵੀ ਤੁਸੀਂ ਦੇਖਿਆ, ਤੁਸੀਂ ਜਾਣਦੇ ਹੋ ਉਹਦੇ ਬਾਰੇ। ਬਿਲਕੁਲ ਸੁਣਿਆ, ਬਿਲਕੁਲ ਦੇਖਿਆ। ਉਹ ਜਿਤਨੇ ਮਹਿਮਾਨ ਹੁੰਦੇ ਨੇ ਪੂਰੇ ਪਾਕਿਸਤਾਨ ਤੋਂ, ਜਿਹਨਾਂ ਸਵੇਰ ਗਰਾਊਂਡ ਦੇ ਵਿੱਚ ਜਾਣਾ ਹੁੰਦਾ, ਸਰਦੀਆਂ 'ਚ ਮੈਚ ਹੁੰਦੇ ਨੇ, ਸਵੇਰ ਫੋਗ ਹੁੰਦੀ ਹੈ, ਨਹੀਂ ਪਹੁੰਚ ਸਕਦੇ, ਤੇ ਅਸੀਂ ਉਹਨਾਂ ਨੂੰ ਪਹਿਲੇ ਇਨਵਾਈਟ ਕਰ ਲੈਂਦੇ ਹਾਂ, ਬਲਕਿ ਉਹਨਾਂ ਨੂੰ ਰਾਤ ਨੂੰ ਪੂਰਾ ਠਹਿਰਾਣ ਦਾ ਇੰਤਜ਼ਾਮ ਵੀ ਕੰਪਲੀਟ ਰੱਖਦੇ ਹਾਂ। ਸਰ ਤੁਹਾਡੀ ਗੱਲ ਟੋਕਨ ਆ, ਮੈਸੇਜ ਗਰੁੱਪਾਂ ਦੇ ਵਿੱਚ ਚੱਲਦੇ ਰਹੇ ਕਿ ਚੌਧਰੀ ਫਵਾਦ ਅਲੀ ਗੁੱਜਰ ਸਾਹਿਬ ਦੀ ਤਰਫੋਂ ਸਾਰੇ ਸ਼ਿਕਾਰੀਆਂ ਨੂੰ ਇਨਵੀਟੇਸ਼ਨ ਆ ਕਿ ਆਵੋ, ਖਾਣਾ ਪੀਣਾ, ਰਿਹਾਇਸ਼, ਅੱਛਾ ਇੰਤਜ਼ਾਮ, ਤੇ ਉਸ ਤੋਂ ਬਾਅਦ ਸਵੇਰ ਨਾਸ਼ਤਾ, ਉਸ ਤੋਂ ਬਾਅਦ ਗਰਾਊਂਡ 'ਚ ਜਾਓ, ਤਸੱਲੀ ਨਾਲ ਮੈਚ ਦੇਖ ਕੇ ਫੇਰ ਘਰਾਂ ਨੂੰ ਜਾਓ। ਜੀ ਅਸਲ ਮਕਸਦ ਵੀ ਸਾਡਾ ਇਹੀ ਹੁੰਦਾ ਕਿ ਅੱਛੇ ਤਰੀਕੇ ਨਾਲ ਇਹਦਾ ਇੱਕ ਸਕਾਫਤ ਨੂੰ ਬਹਾਲ ਕਰੀਏ, ਜਿਹੜੀ ਪੰਜਾਬ ਦੀ ਸਕਾਫਤ ਹੈ, ਹਾਂਜੀ, ਕਿ ਲੋਕ ਇੱਕ ਦੂਸਰੇ ਨਾਲ ਮੇਲ ਜੋਲ ਹੋਏ, ਅੱਛੇ ਤਰੀਕੇ ਨਾਲ ਮਿਲਣ, ਗੱਪਸ਼ਪ ਹੋਏ, ਇਹ ਹੀ ਸਾਡਾ ਮਕਸਦ ਹੈ ਮੇਨ। ਬਿਲਕੁਲ ਸਹੀ, ਬਿਲਕੁਲ ਸਹੀ। ਅੱਛਾ ਫਵਾਦ ਸਾਹਿਬ, ਤੁਹਾਡੇ ਗੱਲ ਇੰਟਰਵਿਊ ਲੰਮਾ ਹੋ ਜਾਣਾ ਵਾ, ਤਾਂ ਨਾਲ ਗੱਲ ਕਰਾਂਗਾ ਜਿਹੜੀ ਮੇਨ ਗੱਲ ਕਰਨੀ ਵੀ ਬਣਦੀ ਆ ਤੁਹਾਡੇ ਚੈਂਪੀਅਨ ਡੌਨ ਤੇ ਬਲੈਕ ਬਲੇਡ ਦੀ, ਤੇ ਜਿਊਰੀ ਬਣੀ, ਜਿਊਰੀ ਦਾ ਕੀ ਫੈਸਲਾ ਆਇਆ? ਉਸ ਤੋਂ ਪਹਿਲੋਂ ਡੌਨ ਦੇ ਉੱਤੇ ਜੋ ਵੀ ਚੱਲਿਆ ਕਿ ਉਹਨਾਂ ਨੇ, ਸਾਲਸਾ ਨੇ ਕਿਹਾ ਜੀ ਹਾਰ ਗਿਆ, ਉਸ ਤੋਂ ਬਾਅਦ ਇੱਕ ਸਾਲਸ ਨੇ ਕਿਹਾ, ਦੂਸਰੇ ਨੇ ਕਿਹਾ, ਇਹ ਤਫਸੀਲ ਬਿਆਨ ਕਰ ਦਿਓ ਜਾ ਕੇ, ਜਿਹੜੇ ਬੰਦੇ ਨੇ ਪਹਿਲੀ ਦਫਾ ਵੀਡੀਓ ਦੇਖਣੀ ਉਹਦੇ ਵਾਸਤੇ ਰਹਿਨੁਮਾਈ ਹੋ ਜਾਏ।
ਫੈਸਲ ਸਾਹਿਬ ਜਿਸ ਟਾਈਮ ਪੂਰੇ ਪਾਕਿਸਤਾਨ ਨੂੰ ਮੈਂ ਚੈਲੰਜ ਕੀਤਾ ਤੇ ਸ਼ਿਕਾਰੀ ਜਿਹੜੇ ਸ਼ੁਰੂ ਤੋਂ ਰਵਾਇਤ ਚੱਲਦੀ ਆ ਰਹੀ ਹੈ, ਸਾਲਸੀ ਦੇ ਮਸਾਇਲ ਹਮੇਸ਼ਾ ਰਹਿੰਦੇ ਨੇ। ਬਿਲਕੁਲ ਸਹੀ। ਬਹੁਤ ਸਾਰੇ ਸ਼ਿਕਾਰੀ ਪਹਿਲੇ ਵੀ ਇਸ ਚੀਜ਼ ਦਾ ਜਿਹੜਾ ਨਾ ਮਸਾਇਲ ਦਾ ਸ਼ਿਕਾਰ ਹੋ ਚੁੱਕੇ ਨੇ। ਹੁੰਦਾ ਕਿ ਜਿਹਦੇ ਕੋਲ ਅੱਛਾ ਜਾਨਵਰ ਬਣ ਜਾਏ ਪਾਕਿਸਤਾਨ ਦੇ ਵਿੱਚ, ਪੁਰਾਣੇ ਸ਼ਿਕਾਰੀਆਂ ਦੀ ਟਰਾਈ ਹੁੰਦੀ ਪਹਿਲੇ ਤਾਂ ਇਹਦੇ ਨਾਲ ਜਾਨਵਰ ਨਾਲ ਲੜਾਇਆ ਜਾਏ। ਸਹੀ। ਕਈ ਦਫਾ ਅਸੀਂ ਦੇਖਿਆ ਜਿਹੜਾ ਮਾੜੇ ਬੰਦੇ ਦਾ ਜਾਨਵਰ ਹੈ ਉਹਨੂੰ ਗਲਤ ਤਰੀਕੇ ਨਾਲ ਉਹਦਾ ਕੀ ਜਾਂਦਾ ਹੈ, ਉਂਗਲੀ ਖੜੀ ਕੀਤੀ ਤੇ ਚਲਾ ਗਿਆ। ਸਹੀ। ਔਰ ਉਹਨੂੰ ਬਾਅਦ ਵਿੱਚ ਪੁੱਛਣ ਵਾਲਾ ਕੋਈ ਨਹੀਂ ਹੁੰਦਾ, ਹਾਂਜੀ। ਉਹ ਕੱਟ ਕੇ ਚਲਾ ਜਾਂਦਾ। ਇਸ ਤਰ੍ਹਾਂ ਹੀ ਹੈ ਕਿ ਜਿਸ ਤਰ੍ਹਾਂ ਇੱਕ ਜੱਜ ਗਲਤ ਤਰੀਕੇ ਨਾਲ ਕਿਸੇ ਸਾਡੇ ਜਿਹੜੇ ਸਿਆਸਤਦਾਨ ਨੂੰ ਅੰਦਰ ਕਰਦੇ ਬਿਲਾ ਵਜ੍ਹਾ, ਸਹੀ, ਉਹਨੂੰ ਬਾਅਦ ਵਿੱਚ ਪੁੱਛਣ ਪਛਾਣ ਵਾਲਾ ਕੋਈ ਨਹੀਂ ਹੁੰਦਾ। ਹਾਂਜੀ। ਜ਼ਿਆਦਤੀ ਪਾਕਿਸਤਾਨ ਦੇ ਜਿਸ ਤਰ੍ਹਾਂ ਦੂਸਰੇ ਤਰੀਕੇ ਨਾਲ ਤੁਸੀਂ ਦੇਖਿਆ ਕਿ ਗਲਤ ਜਸਟਿਸ ਹੁੰਦੀ ਹੈ, ਹਾਂਜੀ। ਇੱਕ ਮਿਸਾਲ ਇਸ ਸਕਾਫਤ ਦੇ ਵਿੱਚ ਵੀ ਇਸ ਤਰ੍ਹਾਂ ਦਾ ਕੰਮ ਹੁੰਦਾ। ਸਹੀ। ਉਹਨੂੰ ਬਾਅਦ ਵਿੱਚ ਕੌਣ ਸਫਾਈਆਂ ਦਿੰਦਾ ਫਿਰੇ ਕਿ ਜੀ ਨਹੀਂ ਮੇਰਾ ਇਸ ਤਰ੍ਹਾਂ ਨਹੀਂ ਹੋਇਆ। ਅਸੀਂ ਉਹਦੇ ਬਾਰੇ ਜੂਰੀ ਬਣਾਈ, ਉਹਦੇ ਸੀਨੀਅਰ ਸ਼ਿਕਾਰੀਆਂ ਨੇ ਫੈਸਲਾ ਦਿੱਤਾ ਕਿ ਇਹ ਗਲਤ ਫੈਸਲਾ ਹੋਇਆ। ਸਹੀ। ਮੈਂ ਸਾਰਾ ਕੁਝ ਇਸ ਵਾਸਤੇ ਕੀਤਾ ਕਿ ਆਮ ਸ਼ਿਕਾਰੀ ਨੂੰ ਵੀ ਕੱਲ ਨੂੰ ਇਸ ਤਰ੍ਹਾਂ ਦਾ ਕੋਈ ਮਸਲਾ ਮਸਾਇਲ ਹੋਏ ਤੇ ਉਹਨੂੰ ਵੀ ਇਹ ਹੀ ਤਰੀਕਾ ਅਖਤਿਆਰ ਕਰਨਾ ਚਾਹੀਦਾ। ਸਹੀ। ਯਾਨੀ ਕਿ ਕਿਸੇ ਅੱਛੇ ਜਾਨਵਰ ਦੇ ਨਾਲ ਜ਼ਿਆਦਤੀ ਨਹੀਂ ਹੋਣੀ ਚਾਹੀਦੀ। ਜ਼ਿਆਦਤੀ ਨਾ ਹੋਵੇ। ਨਹੀਂ ਹੋਣੀ ਅੱਛਾ ਸਰ, ਡੌਨ ਦੀ ਥੋੜੀ ਹਿਸਟਰੀ ਤੁਹਾਡੇ ਕੋਲ ਪੁੱਛਣੀ ਆ। ਕਿੰਨੇ ਮੈਚ ਵਿਨਰ ਆ ਤੇ ਤੁਹਾਡੇ ਕੋਲ ਕਿੰਨੀ ਦੇਰ ਦਾ ਵਾ, ਤੇ ਬਲੈਕ ਬਲੇਡ ਦੀ ਹਿਸਟਰੀ? ਡਾਨ ਜੀ ਮੇਰੇ ਕੋਲ ਇਸ ਟਾਈਮ ਚੌਥਾ ਸਾਲ ਹੈ। ਅੱਛਾ। ਔਰ ਡਾਨ 4 ਮੈਚ ਵਿਨਰ ਹੈ ਸਹੀ ਜੀ। ਕੱਦ ਸਰ ਡੌਨ ਦਾ ਕਿੰਨਾ? 32 ਇੰਚ। 32 ਇੰਚ। ਤੇ ਚੈਂਪੀਅਨ ਡੌਨ ਦੋਸਤੋ ਸਾਰੇ ਕੋਈ ਵੀ ਨਹੀਂ ਭੁੱਲਿਆ ਇਸ ਸ਼ੌਕ ਸ਼ਿਕਾਰ ਤੋਂ, ਚੌਧਰੀ ਫਵਾਦ ਅਲੀ ਗੁੱਜਰ ਸਾਹਿਬ ਦੇ ਚੈਂਪੀਅਨ ਡੌਨ ਤੇ ਬਲੈਕ ਬਲੇਡ। ਬਲੈਕ ਬਲੇਡ ਦੇ ਬਾਰੇ ਚ ਕੀ ਕਹੋਗੇ? ਅੱਛਾ, ਦੂਸਰੀ ਗੱਲ ਆ ਗਈ ਜਿਹੜਾ ਤੁਸੀਂ ਇਹ ਮੈਚ ਦੀ ਗੱਲ ਕਰ ਰਹੇ ਹੋ ਵੀ ਇਹਦੀ ਸਾਰੀ ਇੰਤਜ਼ਾਮੀਆ ਹੋਈ, ਇਹ ਮੂਨ ਡੱਬ ਸਾਹਿਬ ਨਾਲ ਸਾਡਾ ਮੈਚ, ਸਰਦਾਰ ਅਬਦੁਲ ਕਯੂਮ ਖਾਨ ਸਾਹਿਬ ਨਾਲ ਸਾਡਾ ਮੈਚ ਹੋਇਆ। ਮੈਚ ਸੀ ਬਿਲਕੁਲ। ਉਹਨਾਂ ਦੇ ਸਰਪ੍ਰਸਤ ਉਹ ਨੇ। ਸਹੀ। ਅਸਲ ਮਕਸਦ ਸੀ ਕਿ ਅਸੀਂ ਚੈਲੰਜ ਕੀਤਾ ਸੀ ਕਿ ਤੁਸੀਂ ਪਿਛਲੇ ਸਾਲ ਵੀ ਅਸੀਂ ਜਾਨਵਰ ਥੱਲੇ ਦਿੱਤੇ ਸਨ। ਹਾਂਜੀ। ਜਿਹੜੇ ਸੀਨੀਅਰ ਸ਼ਿਕਾਰੀ ਨੇ ਉਹ ਸਾਡੇ ਵਾਸਤੇ ਸਾਰੇ ਕਾਬਲੇ ਇਤਰਾਮ ਨੇ। ਸਿਰਫ ਉਹ ਜਾਨਵਰ ਆਪਣੀ ਮਰਜ਼ੀ ਦਾ ਚੁਣ ਕੇ ਲਾ ਲੈਣ ਇਹਦੇ ਉੱਤੇ ਸਹੀ। ਕਿ ਬਾਅਦ ਵਿੱਚ ਕਿਸੇ ਦਾ ਇਤਰਾਜ਼ ਨਾ ਰਵੇ। ਪੂਰੇ ਸਹੀ। ਪਾਕਿਸਤਾਨ ਤੋਂ ਆਪਣੀ ਮਰਜ਼ੀ ਦੇ ਨਾਲ ਜਾਨਵਰ ਲਾਣ। ਬਿਲਕੁਲ ਸਹੀ। ਜਾਨਵਰ ਲੜਾਉਣ ਦਾ ਹਰ ਬੰਦੇ ਦੇ ਦੋ ਤਰੀਕਾਕਾਰ ਹੁੰਦੇ ਨੇ। ਸਹੀ। ਜਾਂ ਤੇ ਉਹ ਆਪਣੇ ਤਰੀਕੇ ਨਾਲ ਈਜ਼ੀ ਟਾਰਗੇਟ ਢੂੰਡ ਕੇ ਤੇ ਜਾਨਵਰ ਨੂੰ ਆਪਣੇ ਨੂੰ ਜਿਤਾ ਲਵੇ। ਜੀ। ਦੂਸਰਾ ਤਰੀਕਾ ਇਹ ਹੁੰਦਾ ਹੈ ਕਿ ਤੁਸੀਂ ਆਪਣਾ ਜਾਨਵਰ ਨੂੰ, ਮੈਂ ਜਿਹੜਾ ਤਰੀਕਾ ਅਖਤਿਆਰ ਕਰਨਾ, ਕਿੰਗ ਇੱਕ ਤਰੀਕੇ ਨਾਲ ਮੈਂ ਮੰਨਣਾ ਉਹਨੂੰ। ਹਾਂਜੀ। ਤੁਸੀਂ ਜਾਨਵਰ ਥੱਲੇ ਦਿਓ, ਪਾਕਿਸਤਾਨ ਲੈਵਲ ਤੇ ਜਾਨਵਰ ਉਹਦੇ ਉੱਤੇ ਲੱਗੇ, ਫਿਰ ਤੁਸੀਂ ਵਿਨ ਕਰੋ, ਫਿਰ ਤੁਸੀਂ ਉਹਨੂੰ ਕਿੰਗ ਕਹਿਲਾ ਸਕਦੇ। ਕਿਆ ਬਾਤ ਹੈ, ਕਿਆ ਬਾਤ। ਅਦਰਵਾਈਜ਼ ਤੁਸੀਂ ਉਹਨੂੰ ਕਿੰਗ ਨਹੀਂ ਕਹਿ ਸਕਦੇ। ਬਿਲਕੁਲ ਸਹੀ। ਅਸੀਂ ਇਸ ਤਰ੍ਹਾਂ ਹੀ ਕੀਤਾ। ਤੁਹਾਡੇ ਸਾਹਮਣੇ ਗਰੁੱਪਾਂ ਦੇ ਸਾਡੇ ਤੇ ਬੜੀ ਤਨਕੀਦ ਹੋਈ, WhatsApp ਗਰੁੱਪਾਂ, Facebook, ਸੋਸ਼ਲ ਮੀਡੀਆ ਤੇ ਬੜੀ ਤਨਕੀਦ ਹੋਈ, ਲੇਕਿਨ ਅਸੀਂ ਕਿਹਾ ਜਾਨਵਰਾਂ ਨੇ ਗਰਾਊਂਡ ਦੇ ਉੱਤੇ ਫੈਸਲਾ ਕਰਨਾ। ਸਹੀ ਹੈ। ਤੇ ਗਰਾਊਂਡ ਦੇ ਵਿੱਚ ਅਸੀਂ ਉਹਨਾਂ ਨੇ, ਬਲਕਿ ਤੁਸੀਂ ਦੇਖਿਆ ਹੋਣਾ ਕਈ ਵੀਲੌਗ ਵੀ ਬਣੇ ਹਾਂਜੀ। ਕਿ ਚੈਲੰਜ ਐਕਸੈਪਟ ਹੋ ਗਿਆ। ਮੁਸ਼ਕਾ ਜਾਨਵਰ ਫੈਸਲਾਬਾਦ ਤੋਂ ਰਾਣਾ ਸਾਹਿਬ ਨੇ ਲਾ ਦਿੱਤਾ ਉਹਦੇ ਤੇ। ਸਹੀ। ਉਸੇ ਨਜ਼ਰੀਏ ਨਾਲ ਹੀ ਇਹ ਸਾਰਾ ਮੈਚ ਰੱਖਿਆ ਗਿਆ। ਸਹੀ। ਉਹ ਗਰੁੱਪ ਮੂਨ ਡੱਬ ਸਾਹਿਬ ਦੇ ਗਰੁੱਪ ਦਾ ਉਹ ਜਾਨਵਰ ਸੀ। ਬਾਅਦ ਵਿੱਚ ਉਹਨਾਂ ਨੇ, ਮੂਨ ਡੱਬ ਸਾਹਿਬ ਨੇ ਮੈਚ ਰੱਖਣ ਤੋਂ ਬਾਅਦ ਉਹਨਾਂ ਕਿਹਾ ਜੀ ਉਹ ਜਾਨਵਰ ਸਾਡਾ ਲੜ ਗਿਆ। ਸਹੀ। ਅਸੀਂ ਕਿਹਾ ਸਾਡਾ ਬਲੈਕ ਬਲੇਡ ਵੀ ਲੜ ਗਿਆ। ਉਹਨਾਂ ਕਿਹਾ ਲੇਕਿਨ ਅਸੀਂ ਜਾਨਵਰ ਹੋਰ ਲਾਣਾ। ਸਹੀ। ਉਹਨਾਂ ਸ਼ੌਕਤ ਸਦਵਾਲ ਸਾਹਿਬ ਮਰਹੂਮ ਦਾ, ਜਿਹੜੇ ਜਿਨ੍ਹਾਂ ਦੇ ਕਿੰਗ ਪੱਪੂ ਦੇ ਮਾਲਕ ਨੇ, ਉਹਨਾਂ ਦਾ ਜਾਨਵਰ ਚੂਜ਼ ਕੀਤਾ। ਸਹੀ। ਔਰ ਬਲੈਕ ਬਲੇਡ ਦੇ ਉੱਤੇ ਉਹਨਾਂ ਲਾਇਆ। ਸਹੀ ਹੋ ਗਿਆ। ਔਰ ਸਾਡੇ ਜਾਨਵਰ ਨੇ, ਬਲੈਕ ਬਲੇਡ ਨੇ ਉਹਨੂੰ, ਤੁਹਾਡੇ ਸਾਹਮਣੇ ਹੀ ਹੈ ਕਿ ਕਿਸ ਤਰੀਕੇ ਨਾਲ, ਕਿੰਨੇ ਅੱਛੇ ਤਰੀਕੇ ਦੇ ਨਾਲ ਉਹਨੂੰ ਮਾਰਿਆ। ਸਹੀ। ਔਰ ਸਾਡਾ ਜਾਨਵਰ, ਹਾਂਜੀ, ਸਾਡਾ ਜਾਨਵਰ ਵਿਨ ਕੀਤਾ। ਮੂਨ ਡੱਬ ਸਾਹਿਬ ਨੇ ਸਾਨੂੰ ਮੁਬਾਰਕਬਾਦ ਦਿੱਤੀ। ਸਹੀ। ਔਰ ਅਸੀਂ ਆਲ ਪਾਕਿਸਤਾਨ ਚੈਲੰਜ ਵਿਨ ਕੀਤਾ। ਸਹੀ। ਸਰ ਫਰੰਗੀ ਤੁਸੀਂ ਮੰਗਿਆ ਸੀ ਕਿ ਉਹਨਾਂ ਨੇ ਆਪਣੀ ਮਰਜ਼ੀ ਨਾਲ ਲਾਇਆ ਸੀ ਆਸ਼ਿਕ ਅਵਾਨ ਸਾਹਿਬ ਵਾਲੇ ਮੈਚ? ਅਸੀਂ ਜਾਨਵਰ ਥੱਲੇ ਦਿੱਤਾ ਸੀ, ਉਹਨਾਂ ਆਪਣੀ ਮਰਜ਼ੀ ਨਾਲ ਲਾਇਆ ਡੌਨ। ਡਾਨ। ਜਿਹੜਾ ਉਸ ਤੋਂ ਪਹਿਲਾਂ ਚੱਠੇ ਨਾਲ ਮੈਚ ਹੋਇਆ ਸੀ, ਉਸੇ ਵੀ ਤੁਸੀਂ ਆਪਣੀ ਮਰਜ਼ੀ ਨਾਲ ਲਾਇਆ ਸੀ ਕਿ ਉਹਨਾਂ ਨੇ ਆਪਣੀ ਮਰਜ਼ੀ ਨਾਲ ਲਾਇਆ? ਉਹਨਾਂ ਆਪਣੀ ਮਰਜ਼ੀ ਨਾਲ 1 ਮਹੀਨੇ ਬਾਅਦ ਲਾਇਆ ਸੀ ਉਹਦੇ ਉੱਤੇ। ਅੱਛਾ, ਕੋਬਰਾ ਕਾਲਾ ਲਾਇਆ ਸੀ। ਜਾਨਵਰ। ਕੋਬਰਾ। ਮਨਸਬ ਸਾਹਿਬ। ਕੋਬਰਾ, ਹਾਂਜੀ। ਅੱਛਾ। ਯਾਨੀ ਕਿ ਤੁਸੀਂ ਹਮੇਸ਼ਾ ਡੌਨ ਨੂੰ ਜਾਂ ਇਹਨੂੰ ਬਲੈਕ ਬਲੇਡ ਨੂੰ ਬਚਾਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ, ਤੁਸੀਂ ਇਹੀ ਕਿਹਾ ਕਿ ਆਪਣੀ ਮਰਜ਼ੀ ਦੇ ਜਾਨਵਰ ਲਾ ਲਓ। ਇਸ ਤਰ੍ਹਾਂ ਹੀ ਸ਼ਾਨੀ ਮੀਰਵਾਲ ਸਾਹਿਬ ਦੇ ਜਿਹੜਾ ਮੇਨ ਜਿੱਥੋਂ ਡਾਨ ਦੀ ਹਾਈ ਪੁੱਠੀ, ਅੱਛਾ। ਅਸੀਂ ਉਸ ਟਾਈਮ ਯੂਰੀ ਕਿੰਗ ਸੀ। ਅਸੀਂ ਕਿਹਾ ਤੁਸੀਂ ਅਸੀਂ ਯੂਰੀ ਮੰਗਿਆ। ਅੱਛਾ। ਉਹਨਾਂ ਕਿਹਾ ਯੂਰੀ ਅਸੀਂ ਰਿਟਾਇਰ ਕਰ ਦਿੱਤਾ, ਅਸੀਂ ਆਪਣੀ ਮਰਜ਼ੀ ਦਾ ਜਾਨਵਰ ਲਾਵਾਂਗੇ ਜਿਹਨੂੰ ਹਿੰਦ ਸਿੰਧ ਜਾਣਦਾ। ਸਹੀ। ਉਹਨਾਂ ਨੇ ਫਰਹਾਨ ਹਾਸ਼ਮੀ ਸਾਹਿਬ ਵਾਲਾ ਸ਼ੀਨਾ ਲਾਇਆ ਜਾਨਵਰ। ਹਾਂਜੀ। ਮੋਤੀ। ਮੋਤੀ, ਜਿਹੜਾ 3-4 ਮੈਚ ਵਿਨਰ ਸੀ ਮੇਰਾ। ਬਿਲਕੁਲ ਸਹੀ। ਡਾਨ ਨੇ ਉਹਨੂੰ 1.5-2 ਮਿੰਟ ਵਿੱਚ ਬਣਾ ਦਿੱਤਾ। ਬਿਲਕੁਲ, ਮੈਂ ਉੱਥੇ ਹੀ ਸੀ, ਮੈਂ ਜੀ। ਉਸ ਤੋਂ ਬਾਅਦ ਡੌਨ ਫਿਰ ਕਿੰਨੀ ਦੇਰ ਬਾਅਦ ਇਹਨਾਂ ਲੜਿਆ ਸੀ? ਅਗਲੇ ਨੈਕਸਟ ਈਅਰ, ਨੈਕਸਟ ਸੀਜ਼ਨ ਉਹਨਾਂ ਲੜਿਆ ਸੀ। ਉਹ ਵੀ ਤੁਸੀਂ ਥੱਲੇ ਦਿੱਤਾ ਸੀ? ਥੱਲੇ ਦਿੱਤਾ। ਉਹਨਾਂ ਆਪਣੀ ਮਰਜ਼ੀ ਦੇ ਨਾਲ 33-34 ਜਾਨਵਰ ਉੱਤੇ ਲਾਇਆ, ਡਬਲ ਵੇਟਾਂ ਦਾ ਜਾਨਵਰ ਉੱਤੇ ਲਾਇਆ। ਉਹ ਤੁਹਾਡੇ ਸਾਹਮਣੇ ਸਾਰਾ ਰਿਜ਼ਲਟ ਹੈ। ਸਹੀ। ਮੋਤੀ ਨੂੰ ਉਹਨੇ ਅਗਲੇ ਮਿੰਟ 'ਚ ਮਨਾ ਲਿਆ ਸੀ ਸਾਰਾ ਕੁਝ, ਲੇਕਿਨ ਉਹ ਜਿਊਰੀ ਦੇ ਫੈਸਲੇ ਦੀ ਜਾਣ ਦੇ ਨਾਲ
ਅਸੀਂ ਉੱਥੇ ਬਲਕਿ ਜ਼ਿਕਰ ਵੀ ਕੀਤਾ ਕਿ ਜਿਊਰੀ ਨੇ ਜੋ ਫੈਸਲਾ ਕਰਤਾ ਹੈ ਇਸ ਵਾਸਤੇ ਇਹ ਜਾਨਵਰ ਬਰਾਬਰ ਹੈ, ਸਾਨੂੰ ਮਨਜ਼ੂਰ ਹੈ। ਸਰ ਜਿਹੜਾ ਤੁਸੀਂ ਇਹ ਕੰਮ ਕੀਤਾ ਵਾ, ਇਹ ਲੋਕੀ ਸਮਝਦੇ ਨੇ ਕਿ ਉਹ ਬੰਦਾ ਕਰ ਸਕਦਾ ਵਾ ਅਸਰ ਰਸੂਖ ਵਾਲਾ, ਲੇਕਿਨ ਨਹੀਂ, ਇਹ ਸ਼ਿਕਾਰੀਆਂ ਦੀ ਇਕੱਠ ਕਰਨਾ ਹਰ ਆਮ ਬੰਦਾ ਵੀ ਕਰ ਸਕਦਾ, ਆਪਣਾ ਫੈਸਲਾ ਉਹਨਾਂ ਕੋਲ ਕਰਵਾ ਸਕਦਾ। ਫੈਸਲ ਸਾਹਿਬ ਜਿਹੜਾ ਆਮ ਸ਼ਿਕਾਰੀ ਹੈ, ਆਮ ਆਡੀਅנס ਹੈ, ਹਾਂਜੀ ਅਗਰ ਤੁਹਾਡਾ ਜਾਨਵਰ ਫੇਮਸ ਹੈ, ਅੱਛਾ ਲੜਦਾ ਹੈ, ਉਹਦੇ ਬਾਰੇ ਚ ਤਬਸਰਾ ਕਰਦਾ ਉਹਦੇ, ਬਿਲਕੁਲ ਲੇਕਿਨ ਆਮ ਆਦਮੀ ਨੂੰ ਇਹ ਇਤਨਾ ਆਸਾਨ ਇਸ ਵਾਸਤੇ ਨਹੀਂ ਕਿ ਇਹ ਲੋਕ ਇਤਨਾ ਈਜ਼ੀ ਉਹਨੂੰ ਉਹਦੀ ਗੱਲ ਨਹੀਂ ਸੁਣਦੇ। ਸਹੀ। ਐਸੇ ਵਜ੍ਹਾ ਨਾਲ ਮੈਂ ਸ਼ੌਕ ਸ਼ਿਕਾਰੀ ਚ ਕਿਹਾ ਕਿ ਇਹਨਾਂ ਨੂੰ ਇੱਕ ਕਮੇਟੀ ਹੋਣੀ ਚਾਹੀਦੀ ਹੈ ਜਿਹੜੀ ਇਹਦਾ ਫੈਸਲਾ ਕਰੇ, ਔਰ ਪਰਮਾਨੈਂਟ ਕਮੇਟੀ ਹੋਣੀ ਚਾਹੀਦੀ। ਸਰ ਇੱਥੇ ਮੇਰਾ ਇੱਕ ਸਵਾਲ ਆ, ਅਕਸਰ ਮੈਂ ਹਰ ਵੀਡੀਓ 'ਚ ਪੁੱਛਦਾ, ਸਾਡਾ ਸਾਲਸੀ ਨਿਜ਼ਾਮ ਬਹੁਤ ਹੀ ਲੋ ਲੈਵਲ ਤੇ ਆ। ਤੁਸੀਂ ਇਸ ਦੇ ਬਾਰੇ 'ਚ ਤੁਹਾਡੇ ਕੋਲ ਕੋਈ ਤਜਵੀਜ਼ ਜਾਂ ਤੁਸੀਂ ਕੋਈ ਕੋਸ਼ਿਸ਼ ਕਰੋਗੇ ਕਿ ਸਾਡੀ ਸਾਲਸੀ ਨਿਜ਼ਾਮ ਕਿਸੇ ਜਾਨਵਰ ਦੇ ਨਾਲ ਜ਼ਿਆਦਤੀ ਨਾ ਹੋਵੇ? ਫੈਸਲ ਸਾਹਿਬ, ਇਹ ਸਾਲਸੀ ਨਿਜ਼ਾਮ ਇਹਨਾਂ ਦਾ ਬਿਹਤਰ ਨਹੀਂ ਹੈ ਇਸ ਟਾਈਮ ਤੱਕ। ਹਾਲਾਂਕਿ ਅਸੀਂ ਜਾਨਵਰ ਹੁਣ ਵੀ ਲੜਾ ਕੇ ਆਏ, 2 ਮੈਚ ਪਾਕਿਸਤਾਨ ਲੈਵਲ ਦੇ ਬੜੀ ਮਿਹਨਤ ਦੇ ਨਾਲ ਔਰ ਲੋਕਾਂ ਦੇ ਬੜੇ ਅੱਛੇ ਜਾਨਵਰ ਲੜੇ। ਹਾਂਜੀ। ਮੈਂ ਆਪਣੇ ਗਰੁੱਪ ਦਾ ਸਾਲਸ ਖੜਾ ਕਰ ਲੈਣਾ, ਉਹ ਮੇਰੇ ਗਰੁੱਪ ਦੀ ਸਾਈਡ ਲੈਂਦਾ ਹੈ। ਦੂਸਰਾ ਆਪਣੇ ਗਰੁੱਪ ਦਾ ਸਾਲਸ ਖੜਾ ਕਰ ਲੈਂਦਾ, ਉਹ ਆਪਣੇ ਗਰੁੱਪ ਦੀ ਸਾਈਡ ਲੈਂਦਾ। ਕੀ ਬਾਤ ਹੈ, ਬੜੀ ਗੱਲ ਕੀਤੀ। ਦੋਨੋਂ ਆਪਣੇ ਆਪਣੇ ਗਰੁੱਪ ਦੀ ਸਾਈਡ ਲੈਂਦੇ ਨੇ, ਜਿੱਥੇ ਉਹਨਾਂ ਦੇ ਜਾਨਵਰ ਦਾ ਆਪਸ ਵਿੱਚ ਫਿਰ ਮੁਤਫਿਕਾ ਫੈਸਲੇ ਹੁੰਦੇ ਨੇ। ਸਹੀ। ਉਹਦੇ ਵਿੱਚ ਚੰਦ ਸਾਲਸ ਐਸੇ ਨੇ ਜਿਨ੍ਹਾਂ ਦੇ ਉੱਤੇ ਆਵਾਜ਼ ਨਹੀਂ ਤੁਸੀਂ ਉਠਾ ਸਕਦੇ। ਬਿਲਕੁਲ ਸਹੀ। ਤੁਸੀਂ ਹਰ ਸਾਲਸ ਨੂੰ ਸੇਮ ਇੱਕੋ ਕੈਟਾਗਰੀ 'ਚ ਨਹੀਂ ਗਿਣ ਸਕਦੇ। ਬਿਲਕੁਲ ਸਹੀ। ਪਰਵੇਜ਼ ਸਾਹਿਬ ਪੁੱਠਾ ਸ਼ੇਰ ਕੋਟਾ ਸ਼ੇਰ ਵਾਲੇ ਇਸ ਟਾਈਮ ਪਾਕਿਸਤਾਨ ਦੇ ਟਾਪ ਸਾਲਸਾਂ 'ਚ ਗਿਣੇ, ਜਿਹੜੇ 22 ਤਰੀਕ ਨੂੰ ਖੜੇ ਸੀ, ਜਿਹੜੇ 22 ਤਰੀਕ ਨੂੰ ਖੜੇ ਸੀ, 21 ਤਰੀਕ ਨੂੰ ਵੀ ਖੜੇ ਸੀ, 21 ਤਰੀਕ ਨੂੰ ਵੀ ਖੜੇ ਸੀ, ਬਲਕਿ ਉਹ ਪੈਂਥਰ ਗਰੁੱਪ ਵੱਲੋਂ ਜ਼ਿਆਦਾਤਰ ਉਹ ਹੀ ਹੁੰਦੇ। ਉਹ ਹੀ ਖੜੇ ਹੁੰਦੇ ਨੇ। ਹਾਂਜੀ। ਉਸ ਵੱਡੇ ਜੋੜਾਂ ਦੇ ਵਿੱਚ ਉਹਨਾਂ ਨੂੰ ਦੁਨੀਆ ਉਹਨਾਂ ਨੂੰ ਬੜੀ ਰਿਸਪੈਕਟ ਦਿੰਦੀ ਹੈ, ਔਰ ਬਹੁਤ ਡੀਸੈਂਟ ਆਦਮੀ ਨੇ, ਔਰ ਉਹਨਾਂ ਦਾ ਸ਼ਿਕਾਰ ਦੇ ਵਿੱਚ ਨਾਮ ਔਰ ਕਿਰਦਾਰ ਬਹੁਤ ਸਾਫ਼ ਹੈ। ਬਿਲਕੁਲ ਸਹੀ। ਦੂਸਰਾ, ਉਹਨਾਂ ਜਿਸ ਟਾਈਮ ਉਹਨਾਂ ਨੇ, ਮੈਂ ਉੱਥੇ ਮੀਟਿੰਗ ਦੇ ਵਿੱਚ ਮੌਜੂਦ ਸਾਂ, ਉਹਨਾਂ ਨੇ ਮੈਨੂੰ ਉੱਥੇ 10 12 15 ਬੰਦੇ ਜਿਹੜੇ ਬੈਠੇ ਸਨ ਉਹਨਾਂ ਨਾਲ ਸਾਬਤ ਕਰਾਇਆ। ਉਹਨਾਂ ਕਿਹਾ ਕਿ ਮੈਂ ਸਭ ਤੋਂ ਜ਼ਿਆਦਾ ਸਾਲਸੀ ਦੇ ਵਿੱਚ ਮੈਂ ਹਰ ਬੰਦੇ ਦੇ ਨਾਲ ਮੈਂ ਖੜਾ ਹੋਇਆ। ਸਹੀ। ਉਹਨਾਂ ਦੀ ਗੱਲਬਾਤ, ਉਹਨਾਂ ਦੇ ਅਸੂਲ ਬਹੁਤ ਅੱਛੇ ਜਾ ਰਹੇ ਨੇ। ਬਿਲਕੁਲ ਸਹੀ। ਲੇਕਿਨ ਫਿਰ ਵੀ ਉਹ ਇਕੱਲੇ ਤੇ ਨਹੀਂ ਸਾਰੇ ਮੈਚਾਂ 'ਚ ਖੜੇ ਹੋ ਸਕਦੇ। ਨਹੀਂ ਹੋ ਸਕਦਾ। ਆਮ ਆਦਮੀ ਦੇ ਨਾਲ ਇਹਦੇ ਵਿੱਚ ਸਾਲਸੀ ਦੇ ਵਿੱਚ ਬਹੁਤ ਜ਼ਿਆਦਾ ਜ਼ਿਆਦਤੀ ਹੁੰਦੀ ਹੈ। ਬਿਲਕੁਲ ਸਹੀ। ਜਿਹਦਾ ਜਾਨਵਰ ਨਹੀਂ ਕੱਟਿਆ ਜਾਂਦਾ ਹੈ, ਜਿਹੜੇ ਸੀਨੀਅਰ ਸ਼ਿਕਾਰੀ, ਜਿਹੜੇ ਉਹਨਾਂ ਇੱਕ ਦਫਾ ਉਹਦੇ ਕੋਲ ਜਾਨਵਰ ਮੰਗਿਆ, ਉਹਨੇ ਨਹੀਂ ਦਿੱਤਾ, ਉਹ ਦੂਸਰੀ ਸਾਈਡ ਤੋਂ ਸਾਲਸ ਖੜਾ ਹੋ ਕੇ ਉਹਦਾ ਬਿਲਾ ਵਜ੍ਹਾ ਜਾਨਵਰ ਕੱਟ ਦਿੰਦੇ ਨੇ। ਸਹੀ। ਜ਼ਿਆਦਤੀ ਕਰ ਦਿੰਦੇ ਨੇ। ਇਹ ਗਰੁੱਪਾਂ ਦੇ ਸਦਰ, ਗਰੁੱਪਾਂ ਦੇ ਜਿਹੜੇ ਪੁਰਾਣੇ ਮਾਫੀਆ ਦੇ ਬੰਦੇ, ਇਹਦੇ ਵਿੱਚ ਮਾਫੀਆ ਬਣਾਈ ਉਹਨਾਂ ਨੇ, ਉਹ ਆਮ ਗਰੀਬ ਆਦਮੀ ਦਾ ਜਾਨਵਰ ਆਪਣੇ ਨਾਮ ਤੇ ਲਿਖਵਾ ਕੇ ਉਹ ਗਰੁੱਪਾਂ ਦੇ ਵਿੱਚ ਲੜਾਉਂਦੇ ਨੇ। ਉਹਦੇ ਵਿੱਚ ਆਮ ਆਦਮੀ ਨੂੰ ਅੱਗੇ ਨਹੀਂ ਆਣ ਦਿੰਦੇ। ਬੜੀ ਅੱਛੀ ਗੱਲ ਕੀਤੀ ਸਰ ਤੁਸੀਂ ਕਿ 3 ਸਾਲ ਤੋਂ ਬੰਦਾ ਜਾਨਵਰ ਸਾਂਭਣ ਦਿਆ ਵਾ ਤੇ ਨਾਮ ਕਿਸੇ ਤੇ ਲੜ ਜਾਂਦਾ ਆ ਕੇ। ਹਾਂਜੀ, ਇਹ ਆਮ ਆਦਮੀ ਦਾ ਨਾਮ ਅੱਗੇ ਆਣ ਨਹੀਂ ਦਿੰਦੇ। ਉਹਦੇ ਤੋਂ ਬਾਅਦ ਆਪਣਾ ਹੀ ਸ਼ੋਅ ਕਰਕੇ ਉਹਨੂੰ ਲੜਾਉਂਦੇ ਨੇ। ਤੁਸੀਂ ਬਹੁਤ ਸਾਰੇ, ਮੈਂ ਕਹਿੰਦਾ ਮੈਕਸਿਮਮ 90% ਗਰੁੱਪਾਂ ਦੇ ਸਦਰ ਐਸੇ ਨੇ ਜਿਨ੍ਹਾਂ ਕੋਲ ਜ਼ਾਤੀ ਜਾਨਵਰ ਹੀ ਕੋਈ ਨਹੀਂ। ਬਿਲਕੁਲ ਸਹੀ। ਉਹ ਗਰੀਬ ਆਦਮੀ ਆਮ ਬੰਦੇ ਦਾ ਜਾਨਵਰ ਦੇ ਉੱਤੇ ਆਪਣਾ ਨਾਮ ਲਿਖਾ ਕੇ ਉਹਨਾਂ ਨੂੰ ਪਿੱਛੇ ਕਰਕੇ ਔਰ ਆਪਣੇ ਆਪ ਨੂੰ ਅੱਗੇ ਕਰਦੇ ਨੇ। ਸਹੀ ਹੈ, ਬਿਲਕੁਲ ਸਹੀ। ਯਾਨੀ ਕਿ ਦੋਸਤੋ, ਮੈਂ ਵਜ਼ਾਹਤ ਕਰ ਦਵਾਂ, ਫਵਾਦ ਅਲੀ ਗੁੱਜਰ ਸਾਹਿਬ ਨੇ ਐਡੀ ਅੱਛੀ ਗੱਲ ਕੀਤੀ ਨਾ ਕਿ ਆਮ ਸ਼ਿਕਾਰੀ ਦਾ ਜਿਹੜਾ ਜਾਨਵਰ ਆ ਉਹਨੂੰ ਇੱਜ਼ਤ ਮਿਲਣੀ ਚਾਹੀਦੀ ਆ, ਉਹਦਾ ਗਰਾਊਂਡ 'ਚ ਨਾਮ ਬੋਲਣਾ ਚਾਹੀਦਾ, ਉਹਦੇ ਉੱਤੇ ਕੈਮਰਾ ਵੱਜਣਾ ਚਾਹੀਦਾ। ਉਹਦੇ ਤੇ ਕੈਮਰਾ ਕਿ ਇਹ ਬੰਦਾ ਗਰਾਊਂਡ 'ਚ ਲੈ ਕੇ ਆਇਆ ਵਾ, ਇੰਨੀ ਆਪਣੀ ਲਿਮਿਟਿਡ ਜਿਹੜੀ ਉਹਦੀ ਸੈਲਰੀ, ਉਹਦੇ ਤਹਿਤ ਵੀ ਉਹਨੇ ਜਾਨਵਰ ਨੂੰ ਤਿਆਰ ਕੀਤਾ ਤੇ ਗਰਾਊਂਡ 'ਚ ਲੈ ਕੇ ਆਇਆ। ਲੈ ਕੇ ਅਸਲ ਸ਼ਿਕਾਰੀ ਹੋਵੇ, ਉਹ ਸ਼ਿਕਾਰੀ। ਜ਼ਰੂਰੀ ਨਹੀਂ ਤੁਸੀਂ 10 15 20 ਜਾਨਵਰ ਰੱਖੋ ਤੇ ਤੁਸੀਂ ਸ਼ਿਕਾਰੀ ਹੋ। ਇੱਕ ਜਾਨਵਰ ਪਾਕਿਸਤਾਨ ਲੈਵਲ ਤੇ ਇੱਕ ਆਮ ਆਦਮੀ ਤਿਆਰ ਕਰਦਾ ਹੈ, ਇਕੱਲਾ ਜਾਨਵਰ ਵੀ ਹੋਵੇ, ਉਹਦਾ ਪਾਕਿਸਤਾਨ ਲੈਵਲ ਤੇ ਨਾਮ ਨਿਕਲੇ, ਉਹਦਾ ਵੀ ਉਤਨਾ ਹੀ ਕਿਰਦਾਰ ਹੈ ਜਿਤਨਾ ਇੱਕ ਆਮ 10 20 ਜਾਨਵਰ ਰੱਖਣ ਵਾਲੇ ਦਾ। ਸਹੀ। ਦੂਸਰੀ ਰਹੀ ਗੱਲ ਕਿ ਆਮ ਆਦਮੀ ਨੂੰ ਇਹ ਅੱਗੇ ਕਿਉਂ ਨਹੀਂ ਆਣ ਦਿੰਦੇ, ਇਹਨਾਂ ਨੇ ਬਿਜ਼ਨਸ ਬਣਾਇਆ। ਸਹੀ। ਇਹ ਮੈਚ ਕਰਾਉਂਦੇ ਨੇ, ਮੈਚ ਦੇ ਵਿੱਚ ਇਹ ਲੋਕਾਂ ਕੋਲ, ਜਿਨ੍ਹਾਂ ਕੋਲ ਪਹਿਲੇ ਇਹ ਸੂਰਤ-ਏ-ਹਾਲ ਸੀ ਕਿ ਪੈਸੇ ਲੈ ਕੇ ਤੇ ਉਹਨਾਂ ਦਾ ਜਾਨਵਰ ਲੜਾਉਂਦੇ ਸਨ। ਸਹੀ। ਤੁਸੀਂ ਪਹਿਲੇ ਸਵਾਲ ਕੀਤਾ ਕਿ ਮੈਚ ਕਿਉਂ ਨਹੀਂ ਹੈ ਤੋੜ ਚੜਦੇ, ਕੀ ਵਜ੍ਹਾ ਹੁੰਦਾ ਹੈ? ਅੱਧੇ ਪੈਸੇ ਆਪਣੀ ਜੇਬ 'ਚ ਰੱਖਦੇ ਨੇ, ਅੱਧੇ ਇੰਤਜ਼ਾਮੀਆਂ ਨੂੰ ਦਿੰਦੇ ਨੇ, ਔਰ ਮੈਚ ਉਹਨਾਂ ਦਾ ਕਿਸ ਤਰ੍ਹਾਂ ਕੰਪਲੀਟ ਹੋ ਸਕਦਾ? ਬਿਲਕੁਲ ਸਹੀ। ਸਾਡਾ ਐਵੇਂ, ਅਸੀਂ ਕਿਸੇ ਦੇ ਅੱਜ ਤੱਕ ਇੱਕ ਪੈਸੇ ਦੇ ਰਵਾਦਾਰ ਨਹੀਂ। ਬਿਲਕੁਲ ਸਹੀ। ਪਾਕ ਗੁੱਜਰ ਗਰੁੱਪ ਵਿੱਚ ਨਾ ਤੇ ਕੋਈ ਉਹਦਾ, ਸਭ ਸ਼ਿਕਾਰੀ ਬਰਾਬਰ ਨੇ। ਬਿਲਕੁਲ ਸਹੀ। ਨਾ ਕਿਸੇ ਆਮ ਸ਼ਿਕਾਰੀ ਦੇ ਨਾਮ ਜਾਨਵਰ ਦੇ ਉੱਤੇ ਮੈਂ ਅੱਜ ਤੱਕ ਆਪਣਾ ਨਾਮ ਲਿਖਾਇਆ। ਸਹੀ। ਉਹਦੇ ਤੋਂ ਬਾਅਦ ਕੰਪਲੀਟ ਉਹਦੀ ਜ਼ਿੰਮੇਵਾਰੀ ਮੈਂ ਲੈਣਾ, ਮੈਚ ਕਰਾਉਣ ਤੋਂ ਲੈ ਕੇ ਹਰ ਚੀਜ਼ ਉਹਨਾਂ ਨਾਲ ਟੋਟਲ ਕੋਆਪਰੇਸ਼ਨ ਮੈਂ ਕਰਨਾ। ਸਹੀ ਹੋ ਗਿਆ। ਇਹ ਦੂਸਰੇ ਜਿਹੜੇ ਗਰੁੱਪ ਨੇ, ਇਹਨਾਂ ਨੂੰ ਇਸ ਵਾਸਤੇ ਨਹੀਂ ਕਿ ਰੱਬ ਦੀ ਜ਼ਾਤ ਉੱਤੇ ਬੈਠੀ ਹੈ, ਇਹਨਾਂ ਲੋਕਾਂ ਨਾਲ ਜ਼ਿਆਦਤੀ ਕਰਦੇ ਨੇ, ਔਰ ਉਹਨਾਂ ਦਾ ਫਿਰ ਮੈਦਾਨ ਦੇ ਵਿੱਚ ਉਹਨਾਂ ਨਾਲ ਕਿਸ ਤਰ੍ਹਾਂ ਰੱਬ ਦੀ ਜ਼ਾਤ ਉਹਨਾਂ ਦੀ ਇੱਜ਼ਤ ਬਖਸ਼ਦੀ। ਬਿਲਕੁਲ ਸਹੀ। ਅੱਛਾ ਸਰ, ਇੱਕ ਤੁਹਾਡਾ ਮੈਸੇਜ ਵਾਇਰਲ ਹੋਇਆ ਸੀ ਕਿ ਤੁਹਾਡੇ ਗਰੁੱਪ ਨੂੰ ਲੋਕ ਇਸਤੇਮਾਲ ਕਰ ਰਹੇ ਨੇ, ਇਹਦੇ ਬਾਰੇ 'ਚ ਕੀ ਕਹੋਗੇ? ਪਾਕ ਗੁੱਜਰ ਗਰੁੱਪ ਦਾ WhatsApp ਗਰੁੱਪ ਆ, Facebook ਤੇ ਅਕਾਊਂਟ ਆ, ਕਿਸ ਨਾਮ ਤੋਂ, ਉਹ ਵੀ ਥੋੜੀ ਵਜ਼ਾਹਤ ਕਰ ਦਿਓ
ਤੇ ਲੋਕ ਕਿਉਂ ਨਾਮ ਇਸਤੇਮਾਲ ਕਰਦੇ ਆਪਣੇ ਆਪ ਨੂੰ ਫੇਮ ਕਰਨ ਵਾਸਤੇ, ਕਿ ਕੀ ਵਜ੍ਹਾ ਹੋ ਸਕਦੀ ਇਹਦੇ ਪਿੱਛੇ? ਫੈਸਲ ਸਾਹਿਬ, ਤਨਕੀਦ ਬਰਾਏ ਤਨਕੀਦ ਕਰੀ ਜਾਣਾ, ਜਿਹੜੇ ਸਦਰ ਨੇ, ਦੂਸਰੇ ਗਰੁੱਪਾਂ ਦੇ ਮੈਂਬਰਾਂ ਨੇ, ਜ਼ਾਹਿਰ ਹੈ ਉਹਨਾਂ ਨੂੰ ਮਸਲੇ ਮਸਾਇਲ ਆਏ ਨੇ। ਹੁਣ ਇਸ ਟਾਈਮ ਉਹ ਆਮ ਸ਼ਿਕਾਰੀ ਕੋਲ ਜਾਨਵਰ ਮੰਗਣ ਜਾਂਦੇ ਨੇ ਤੇ ਉਹ ਉਹਨਾਂ ਨੂੰ ਸਾਰੀਆਂ ਜਿਹੜੀਆਂ ਗੱਲਾਂ ਸੀ ਉਹਨਾਂ ਨੂੰ ਸੋਸ਼ਲ ਮੀਡੀਆ ਦੇ ਥਰੂ ਐਕਟਿਵ ਕੀਤਾ ਹੈ, ਇਹ ਸਾਰੀਆਂ ਗੱਲਾਂ ਉਹਨਾਂ ਨੂੰ ਕਰਦੇ ਨੇ। ਉਹ ਕਹਿੰਦੇ ਨੇ ਜੀ ਅਸੀਂ ਸਰਦਾਰ ਫਵਾਦ ਦੀ ਤਰਫੋਂ ਲੜਾ ਲਾਂਗੇ, ਤੁਹਾਡੀ ਤਰਫੋਂ ਨਹੀਂ ਲੜਾਣਾ। ਸਹੀ ਹੋਵੇ। ਉਹ ਕਿਉਂਕਿ ਆਮ ਆਦਮੀ ਦੀ ਗੱਲ ਕਰਦਾ ਹੈ। ਆਮ ਆਦਮੀ, ਆਮ ਸ਼ਿਕਾਰੀ ਸਾਡਾ ਫੈਨ ਹੈ। ਜਿਹੜੇ ਆ ਗਰੁੱਪਾਂ ਦੇ ਸਦਰ ਨੇ, ਇਹਨਾਂ ਤੇ ਸਾਡੇ ਗੈਂਸਟ ਇਸ ਟਾਈਮ ਪਾਕਿਸਤਾਨ ਦੇ ਵਿੱਚ ਵੱਡੇ ਗਰੁੱਪਾਂ ਨੂੰ ਤੇ ਅਸੀਂ ਹਰਾਇਆ ਹੈ। ਉਹਨਾਂ ਤੋਂ ਸਾਡੇ ਤੋਂ ਅੱਛੀ ਦੀ ਉਮੀਦ ਅਸੀਂ ਉਹਨਾਂ ਤੋਂ ਮੈਸੇਜ ਦੀ ਨਹੀਂ ਕਰ ਸਕਦੇ। ਬਿਲਕੁਲ ਸਹੀ। ਲੇਕਿਨ ਜਿਹੜੇ ਖਾਨਦਾਨੀ ਲੋਕ ਨੇ, ਸਹੀ ਖਾਨਦਾਨੀ ਲੋਕ ਨੇ, ਜਿਸ ਤਰ੍ਹਾਂ ਸਰਦਾਰ ਅਬਦੁਲ ਕਯੂਮ ਖਾਨ ਸਾਹਿਬ, ਉਹਦੇ ਤੋਂ ਬਾਅਦ ਕਸ਼ਮੀਰ ਪੈਂਥਰ ਗਰੁੱਪ ਵਾਲੇ ਬਾਓ ਅਮਜਦ ਬੱਟ ਸਾਹਿਬ, ਇਹ ਜਿਸ ਟਾਈਮ ਹਾਰ ਹੁੰਦੀ ਹੈ ਹਾਰ ਨੂੰ ਹਾਰ ਤਸਲੀਮ ਕਰਦੇ ਨੇ। ਸਹੀ। ਦੂਸਰੇ ਲੋਕਾਂ ਨੂੰ ਜਿਸ ਟਾਈਮ ਨਜ਼ਰ ਆਉਂਦਾ ਹੈ ਕਿ ਅਸੀਂ ਹੁਣ ਹਾਰ ਰਹੇ ਹਾਂ, ਉਹਦੇ ਵਿੱਚ ਫਿਰ ਬੇਈਮਾਨੀ ਸ਼ੁਰੂ ਕਰ ਦਿੰਦੇ ਨੇ। ਸਹੀ। ਹੋਰ ਵੀ ਬਹੁਤ ਪਾਕਿਸਤਾਨ ਵਿੱਚ ਅੱਛੇ ਸ਼ਿਕਾਰੀ ਹੈ ਨੇ ਸਹੀ, ਜਿਨ੍ਹਾਂ ਦੇ ਸ਼ਿਕਾਰ ਨਾਮ ਹੋ ਮੈंने ਰਿਹਾ। लिए। ਅੱਛੇ ਸ਼ਿਕਾਰੀ, ਸਾਰੇ ਸ਼ਿਕਾਰੀਆਂ ਨੂੰ ਤੁਸੀਂ ਇਕੱਠਾ ਨਹੀਂ ਗਿਣ ਸਕਦੇ। ਸ਼ਿਕਾਰ ਹੋ ਰਿਹਾ ਸਰ ਜੀ। ਤੇ ਸ਼ਿਕਾਰ ਨੂੰ ਤੁਸੀਂ ਇੱਜ਼ਤ ਦਿੱਤੀ ਆ, ਇਹ ਬਹੁਤ ਵੱਡੀ ਗੱਲ ਆ। ਤੇ ਹੁਣ ਨੈਕਸਟ ਕੀ ਪਲਾਨ ਆ ਗੁਜਰ ਸਾਹਿਬ? ਨੈਕਸਟ ਪਲਾਨ ਅਸੀਂ ਸਿਚੁਏਸ਼ਨ ਦੇਖਾਂਗੇ ਸ਼ਿਕਾਰ ਦੀ। ਅਗਰ ਅੱਛੇ ਤਰੀਕੇ ਨਾਲ ਇਹਨੂੰ ਕੀਤਾ ਜਾਏ, ਅੱਛੀ ਸਾਲਸੀ ਹੋਏ ਤੇ ਸਾਨੂੰ ਤੇ ਕੋਈ ਵੀ ਮਸਲਾ ਨਹੀਂ ਸ਼ਿਕਾਰ ਕਰਨ ਦੇ ਵਿੱਚ। ਸਹੀ। ਲੇਕਿਨ ਅਗਰ ਇਸ ਤਰ੍ਹਾਂ ਹੀ ਆਮ ਸ਼ਿਕਾਰੀ ਦਾ ਨੁਕਸਾਨ ਹੋਏ, ਆਮ ਸ਼ਿਕਾਰੀ ਨਾਲ ਜ਼ਿਆਦਤੀ ਹੋਵੇ, ਤੇ ਉਹ ਫਿਰ ਅੱਛਾ ਤਰੀਕਾ ਨਹੀਂ ਸ਼ਿਕਾਰ ਕਰਨ ਦਾ। ਸਹੀ ਜੀ। ਕੀ ਕਹਿਣਾ ਚਾਹੋਗੇ? ਤੁਹਾਡੇ ਚਾਹਨੇ ਵਾਲੇ ਤੁਹਾਨੂੰ ਦੇਖ ਰਹੇ ਨੇ ਜੀ, ਸਾਡੇ ਫੈਨਸ ਜਿਤਨੇ ਵੀ ਨੇ ਉਹਨਾਂ ਨੂੰ ਮੁਬਾਰਕ ਹੋਏ ਬਲੈਕ ਬਲੇਡ ਦੀ। ਬਲੈਕ ਬਲੇਡ ਜਿਹੜਾ ਆਲ ਪਾਕਿਸਤਾਨ ਚੈਲੰਜ ਵਿਨ ਅੱਛਾ ਕੀਤਾ। ਸਰ, ਇੱਕ ਸਵਾਲ ਮੇਰੇ ਜ਼ਿਹਨ 'ਚ ਆ ਗਿਆ ਜੀ। ਚੈਂਪੀਅਨ ਡੌਨ ਅਗਲੇ ਨੈਕਸਟ ਸੀਜ਼ਨ ਤੁਹਾਡੇ ਜ਼ਿਹਨ 'ਚ ਕੀ ਮਾਈਂਡ ਆ ਕਿ ਰਿਟਾਇਰ ਕਰ ਦੋਗੇ, ਇਨਸ਼ਾਅੱਲਾ ਲੜੇਗਾ ਅਗਲੇ ਸਾਲ? ਫੈਸਲ ਸਾਹਿਬ, ਮੇਰੇ ਜਾਨਵਰ ਗਰਮੀਆਂ ਸਰਦੀਆਂ ਤਿਆਰ ਹੁੰਦੇ ਨੇ ਹਰ ਟਾਈਮ, ਸਹੀ। ਕਿਉਂਕਿ ਮੈਂ ਆਲ ਪਾਕਿਸਤਾਨ ਚੈਲੰਜ ਕਰਨਾ ਹੁੰਦਾ ਹੈ ਤੇ ਮੇਰੇ ਜਾਨਵਰ ਹਰ ਟਾਈਮ ਤਿਆਰ ਹੁੰਦੇ ਨੇ। ਉਹ ਗਰਮੀਆਂ ਵਿੱਚ ਲੜ ਸਕਦੇ ਨੇ, ਸਰਦੀਆਂ 'ਚ ਵੀ ਲੜ ਸਕਦੇ। ਸਹੀ, ਯਾਨੀ ਕਿ ਡੌਨ ਲੜ ਸਕਦਾ ਹਜੇ? ਜੀ ਬਿਲਕੁਲ। ਰਿਟਾਇਰ ਵਾਲਾ ਤੁਹਾਡਾ ਹੈ ਨਹੀਂ, ਮੂਡ ਨਹੀਂ ਫਿਲਹਾਲ ਹੈ? ਕੋਈ ਬਲੈਕ ਬਲੇਡ ਵੀ ਲੜੇਗਾ? ਬਿਲਕੁਲ ਲੜੇਗਾ। ਤੁਹਾਡਾ ਜਿਹੜਾ ਅੰਡਰਟੇਕਰ ਵਾਲਾ 16 ਲੱਖੀ ਵਾਲਾ ਜੋੜ ਬਹੁਤ ਜ਼ਬਰਦਸਤ ਸੀ, ਬਹੁਤ ਆਵਾਮ ਨੇ ਇਹ ਟਿਕ ਮੈਂ ਕੇ ਪਹਿਲੇ ਵੀ end ਤੱਕ। ਪਾਕਿਸਤਾਨ ਵਿੱਚ ਕਹਿਣਾ ਕਿ ਲੋਕਾਂ ਕੋਲ ਇੱਕ ਜਾਨਵਰ ਆਂਦਾ ਤੇ ਉਹ ਤਿੰਨ ਤਿੰਨ ਚਾਰ ਚਾਰ ਨਸਲਾਂ ਆਪਣਾ ਕਰਦੇ ਰਹਿੰਦੇ ਨੇ ਗੱਲਬਾਤ। ਅੱਛਾ ਸਰ, ਮੈਂ ਇੱਕ ਬਹੁਤ ਦਿਲਚਸਪ ਸਵਾਲ ਆ। ਤੁਹਾਡੇ ਸਾਰੇ ਜਾਨਵਰ ਮਿਆਰੀ, ਅੰਡਰਟੇਕਰ ਵੀ ਮਿਆਰੀ, ਜੁਗਨੂ ਵੀ ਬਹੁਤ ਅੱਛਾ ਲੜਿਆ। ਤੁਹਾਡਾ ਦਿਲੀ ਲਗਾਓ ਡੌਨ ਤੇ ਅੰਡਰਟੇਕਰ ਉਹਦੇ ਨਾਲ ਆ ਆਪਣਾ ਬਲੈਕ ਬਲੇਡ ਦੇ ਨਾਲ, ਇਹਦੀ ਕੀ ਰੀਜ਼ਨ? ਉਹਦੀ ਕਿਹੜੀ ਅਦਾ ਤੁਹਾਨੂੰ ਪਸੰਦ ਲੱਗਦੀ ਹੈ? ਉਹਦੀ ਕਿਹੜੀ ਲੜਾਈ ਤੁਹਾਨੂੰ ਉਹਦੀ ਪਸੰਦ ਆ? ਕਿ ਕੀ ਚੀਜ਼ ਆ ਕਿ ਬਾਕੀ ਜਾਨਵਰਾਂ ਦੇ ਨਾਲੋਂ ਤੁਸੀਂ ਇਸ ਦੋ ਜਾਨਵਰਾਂ ਨੂੰ ਹਮੇਸ਼ਾ ਅੱਗੇ ਰੱਖਿਆ? ਫੈਸਲ ਸਾਹਿਬ, ਜਾਨਵਰ ਮੈਂ ਆਪਣੇ ਕੋਲ ਪਾਕਿਸਤਾਨ ਦੇ ਵਿੱਚ ਜਿਸ ਟਾਈਮ ਮੈਂ ਜਾਨਵਰ ਚੈਲੰਜ ਕਰਕੇ ਜਾਂ ਮੈਦਾਨ ਦੇ ਵਿੱਚ ਲੈ ਕੇ ਜਾਣਾ, 35-40 ਜਾਨਵਰਾਂ ਚੋਂ ਚੁਣ ਕੇ ਲੈ ਕੇ ਜਾਣਾ। ਸਹੀ। ਤੇ ਮੈਂ ਜਾਨਵਰਾਂ ਦੀਆਂ 8-8 10-10 ਤਪੜੀਆਂ ਲੈਣਾ ਆਪਣੇ ਕੋਲ। ਸਹੀ। ਉਹਦੇ ਵਿੱਚ ਮੈਨੂੰ ਪਤਾ ਹੈ ਕਿ ਮੇਰਾ ਜਾਨਵਰ ਕਿਹੜਾ ਕਹੇਂਗੇ ਔਰ ਕਿਹੜਾ ਨਹੀਂ। ਸਹੀ ਹੋ ਗਿਆ, ਬਿਲਕੁਲ। ਦੂਸਰੀ ਗੱਲ ਆ ਗਈ ਕਿ ਡਾਨ ਨਾਲ ਜ਼ਿਆਦਾ ਲਗਾਓ ਕਿਉਂ ਹੈ? ਡਾਨ ਮੇਰਾ ਪਹਿਲਾ ਜਾਨਵਰ ਹੈ ਪਹਿਲਾ ਜਾਨਵਰ, ਔਰ ਪਹਿਲਾ ਹੀ ਜਾਨਵਰ ਪਾਕਿਸਤਾਨ ਦਾ ਕਿੰਗ ਹੋ ਗਿਆ। ਬਿਲਕੁਲ ਸਹੀ। ਜਿਹਦੇ ਸ਼ੌਕ ਸ਼ਿਕਾਰ ਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ ਉਹਦੇ ਨਾਲ। ਸਹੀ। ਦੂਸਰੀ ਗੱਲ ਰਹੀ ਜਾਨਵਰ ਕਿੰਗ ਕਿਸ ਤਰ੍ਹਾਂ ਹੁੰਦਾ ਹੈ, ਜਾਨਵਰ ਸਾਰੇ ਹੀ ਅੱਛੇ ਲੜਦੇ ਨੇ। ਅੱਜ ਮੈਂ ਤੁਹਾਡੇ ਹੋਰ ਵੀ ਬੜੇ ਇੰਟਰਵਿਊ ਦਿੱਤੇ, ਅੱਜ ਮੈਂ ਤੁਹਾਨੂੰ ਮੇਨ ਪੁਆਇੰਟ ਦੱਸ ਦਿਆਂ ਜਾਨਵਰ ਦਾ। ਸ਼ਿਕਾਰੀ ਆਪਣੀ ਟੈਕਨੀਕ ਇਸਤੇਮਾਲ ਕਰਦੇ ਨੇ ਆਪਣਾ। ਸਹੀ। ਜਾਨਵਰ ਲੜਾਈ ਦੇ ਵਿੱਚ, ਮੂੰਹ ਦੀ ਸਖਤੀ ਦੇ ਵਿੱਚ, ਬਹੁਤ ਸਾਰੇ ਜਾਨਵਰ ਐਸੇ ਹੁੰਦੇ ਨੇ ਜਿਹੜੇ ਸਾਰੇ ਹੀ ਜਿਸ ਟਾਈਮ ਉਹ ਵੱਡੇ ਜੋੜਾਂ ਵਿੱਚ ਆਉਂਦੇ ਨੇ ਬਰਾਬਰ ਹੁੰਦੇ ਨੇ। ਬਿਲਕੁਲ ਸਹੀ। ਜਾਨਵਰ ਵੱਡੇ ਜੋੜਾਂ ਵਿੱਚ ਉਹ ਵਿਨ ਕਰਦਾ ਹੈ ਜਿਹੜਾ ਅਕਲ ਵਿੱਚੋਂ ਜ਼ਿਆਦਾ ਹੁੰਦਾ ਹੈ, ਬਿਲਕੁਲ ਸਹੀ, ਜਿਹਦੀ ਵਿਜ਼ਡਮ ਜ਼ਿਆਦਾ ਹੁੰਦੀ। ਸਹੀ। ਔਰ ਉਹ ਆਪਣੀ ਅਕਲ ਔਰ ਆਪਣੀ ਟੈਕਨੀਕ ਨਾਲ ਉਹ ਅਗਲੇ ਜਾਨਵਰ ਦੀ ਲੜਾਈ ਨੂੰ ਲੈ ਕੇ ਔਰ ਜਿਸ ਟਾਈਮ ਜਿੱਤਦਾ ਹੈ। ਡਾਨ ਦੇ ਵਿੱਚ ਇਹ ਖੂਬੀ, ਸਹੀ। ਉਹ ਆਪਣੀ ਟੈਕਨੀਕ, ਉਹ ਜਾਨਵਰ ਨੂੰ ਪੂਰਾ ਵਜ਼ਨ ਲੈ ਕੇ ਪੂਰਾ ਤਰੀਕੇ ਦੇ ਨਾਲ ਉਹਦੇ ਮੁਤਾਬਕ ਲੜਾਈ ਕਰਦਾ ਹੈ। ਬਿਲਕੁਲ ਸਹੀ। ਇਸ ਵਜ੍ਹਾ ਨਾਲ ਡਾਨ ਦੇ ਨਾਲ ਸਾਡਾ ਜ਼ਿਆਦਾ ਲਗਾਓ ਹੈ। ਜ਼ਬਰਦਸਤ ਜੀ। ਚੌਧਰੀ ਫਵਾਦ ਅਲੀ ਗੁੱਜਰ ਸਾਹਿਬ, ਇੱਕ ਬਹੁਤ ਹੀ ਅੱਛਾ ਮੈਚ ਜਿਹੜਾ ਕਿ ਕੈਂਸਲ ਹੋਣ ਦੇ ਐਂਡ ਵਾਲੇ ਮਕਾਮ ਤੇ ਸੀ ਤੇ ਸ਼ਿਕਾਰੀਆਂ ਨੇ ਸਿਰ ਸੁੱਟ ਲਏ ਸੀ ਕਿ ਯਾਰ ਇਹ ਮੈਚ ਦਾ ਇੰਤਜ਼ਾਰ ਮਹੀਨੇ ਦਾ 15 ਦਿਨ, ਜਦੋਂ ਦੀ ਡੇਟ ਫਿਕਸ ਹੋਈ ਸਾਰਿਆਂ ਨੂੰ ਸੀ ਕਿ ਯਾਰ 10 ਲੱਖੀਏ ਲੜਨਾ ਵਾ, ਬਿੱਲੂ ਖਾਨ ਕਯੂਮ ਸਾਹਿਬ ਵਾਲਾ ਲੜਨਾ, ਖਾਨ ਕਯੂਮ ਸਾਹਿਬ ਇੱਕ ਵਾਰੀ ਫੇਰ ਮੈਦਾਨ ਚ ਆਉਣਗੇ, ਅਸੀਂ ਦੇਖਾਂਗੇ ਮਿਆਰੀ ਜਾਨਵਰ ਲੜਨੇ। ਲੇਕਿਨ ਜਦੋਂ ਪਤਾ ਲੱਗਾ ਕਿ ਯਾਰ ਨਹੀਂ ਮੈਚ ਹੋ ਰਿਹਾ ਤੇ ਉਦਾਸੀਆਂ ਚ ਆ ਗਈਆਂ, ਹਰ ਬੰਦਾ ਅਫਸੁਰਦਾ ਸੀ ਕਿ ਯਾਰ ਹੁਣ ਕੀ ਬਣੇਗਾ, ਮੈਚ ਨਹੀਂ ਹੋਣਾ, ਨੈਕਸਟ ਸੀਜ਼ਨ ਚੱਲ ਜਾਣਾ। ਲੇਕਿਨ ਯਕਦਮ ਅਫਵਾਹ ਉੱਡੀ, ਯਕਦਮ ਇਹ ਗੱਲਾਂ ਸ਼ਿਕਾਰੀਆਂ ਦੇ ਜ਼ਿਹਨ 'ਚ ਆਈਆਂ, ਸ਼ਿਕਾਰੀਆਂ ਨੇ ਸੁਣੀਆਂ ਕਿ ਚੌਧਰੀ ਫਵਾਦ ਅਲੀ ਗੁੱਜਰ ਸਾਹਿਬ ਗਰਾਊਂਡ ਦੇ ਰਹੇ ਨੇ। ਫਿਰ ਤੁਸੀਂ ਗਰਾਊਂਡ ਦਿੱਤਾ, ਗਰਾਊਂਡ ਦੇਣ ਤੋਂ ਬਾਅਦ ਤੁਹਾਨੂੰ ਲਕਬ ਮਿਲਿਆ ਪ੍ਰਿੰਸ ਆਫ ਸ਼ਿਕਾਰ। ਇੱਕ ਗੱਲ, ਦੂਸਰਾ ਤੁਸੀਂ ਆਲ ਪਾਕਿਸਤਾਨ ਚੈਲੰਜ ਐਕਸੈਪਟ ਕੀਤਾ। ਉਸ ਐਕਸੈਪਟ ਤੋਂ ਬਾਅਦ ਤੁਹਾਨੂੰ ਪ੍ਰਿੰਸ ਆਫ ਸ਼ਿਕਾਰ ਜਾਂ ਜੋ ਵੀ ਤੁਹਾਨੂੰ ਟਾਈਟਲ ਉਹ ਸ਼ਿਕਾਰੀਆਂ ਨੇ ਦਿੱਤਾ, ਉਹਦੇ ਬਾਰੇ ਤੁਸੀਂ ਕੀ ਕਹੋਗੇ? ਫੈਸਲ ਸਾਹਿਬ, ਜਿਸ ਟਾਈਮ
ਇਹ ਮੈਚ ਉਹਨਾਂ ਨੇ ਆਪਣਾ ਮੈਨੇਜ ਕੀਤਾ ਸੀ ਕਿਸੇ ਦੂਸਰੇ ਸ਼ਹਿਰ ਦੇ ਵਿੱਚ। ਉੱਥੋਂ ਉਹਨਾਂ ਨੇ ਮੈਨੂੰ ਸਵੇਰ 5:30 ਵਜੇ ਕਾਲ ਕੀਤੀ, 5:30 ਵਜੇ ਉਹਨਾਂ ਕਾਲ ਕੀਤੀ। ਮੈਂ ਉਹਨਾਂ ਨੂੰ ਉਸੇ ਟਾਈਮ ਇਨਵਾਈਟ ਕਰ ਲਿਆ, ਮੈਂ ਕਿਹਾ ਤੁਸੀਂ ਆ ਜਾਓ। ਸਰ ਮੈਂ ਇੱਥੇ ਇੱਕ ਸਵਾਲ ਇਹ ਵੀ ਪੁੱਛਣਾ ਚਾਹੁੰਦਾ ਵਾਂ, ਇਹ ਗੁੱਜਰ ਸਾਹਿਬ ਨੇ ਬੇਲੋਸ, ਇਹ ਤੁਸੀਂ ਉਹਨਾਂ ਨੂੰ ਪੇੜ ਦਿੱਤਾ ਬੇਲੋਸ, ਹਾਲਾਂਕਿ ਮੰਡੀ ਜੋ ਵੀ ਫੀਸ ਚੱਲਦੀ ਉਹ ਸਾਰੇ ਸ਼ਿਕਾਰੀ ਨੂੰ ਪਤਾ ਵਾ। ਜੀ ਫੈਸਲ ਸਾਹਿਬ, ਇਹ ਬੜਾ ਅੱਛਾ ਸਵਾਲ ਤੁਸੀਂ ਕੀਤਾ, ਕਿਉਂਕਿ ਕਈਆਂ ਦੇ ਜ਼ਿਹਨ 'ਚ ਹੋਣੀ ਗੱਲ। ਜੀ ਬਹੁਤ ਅੱਛਾ ਸਵਾਲ ਤੁਸੀਂ ਕੀਤਾ। ਜਿਹੜੇ ਸਰਦਾਰ ਹੁੰਦੇ ਨੇ ਜਾਂ ਜਿਹੜੇ ਡੇਰੇਦਾਰ ਹੁੰਦੇ ਨੇ ਨਾ, ਹਾਂਜੀ, ਉਹਨਾਂ ਵਾਸਤੇ ਇਹ ਇਜਾਜ਼ ਹੁੰਦਾ ਹੈ ਕਿ ਉਹ ਕਿਸੇ ਦੀ ਮਹਿਮਾਨ ਨਵਾਜ਼ੀ ਕਰਨ, ਉਹਨਾਂ ਨੂੰ ਕੋਈ ਕੰਮ ਆਖੇ, ਉਹਨਾਂ ਨੂੰ ਕੋਈ ਕੰਮ ਆਖੇ। ਅਸੀਂ ਇਸ ਚੀਜ਼ ਨੂੰ ਖੁਸ਼ੀ ਮਹਿਸੂਸ ਕਰਨੇ ਆ, ਔਰ ਇਸ ਚੀਜ਼ ਦੇ ਅਗਰ ਕੋਈ ਮੁਆਵਜ਼ਾ ਲੈਂਦਾ ਉਹ ਸਰਦਾਰ ਵਾਸਤੇ ਔਰ ਡੇਰੇਦਾਰ ਵਾਸਤੇ ਤੋਹੀਨ ਹੁੰਦੀ ਹੈ। ਵਾਹ ਜੀ ਵਾਹ। ਇਹ ਪੂਰੇ ਸ਼ਿਕਾਰ ਦੇ ਵਿੱਚ ਇਹ ਹੀ ਵਜ੍ਹਾ ਹੈ ਕਿ ਇਹ ਮਿਸਾਲ ਹੈ ਕਿ ਅੱਜ ਤੱਕ ਪਾਕ ਗੁੱਜਰ ਗਰੁੱਪ ਔਰ ਸਰਦਾਰ ਫੁਆਦ ਗੁੱਜਰ ਕਿਸੇ ਕੋਲੋਂ ਇੱਕ ਪੈਸੇ ਦਾ ਰਵਾਦਾਰ ਨਹੀਂ। ਵਾਹ ਜੀ ਵਾਹ। ਅਸੀਂ ਲੋਕਾਂ ਨੂੰ ਕਾਰਪੋਰੇਟ ਲੋਕਾਂ ਨੂੰ ਕਰਨੇ ਆ ਖੁਦ ਆਪਣੀ ਤਰਫੋਂ, ਸਹੀ, ਲੇਕਿਨ ਅੱਜ ਤੱਕ ਅਸੀਂ ਇਹ ਆਪਣੇ ਉੱਤੇ ਦੱਬਾ ਨਹੀਂ ਲੱਗਣ ਦਿੱਤਾ। ਸਹੀ, ਨਾ ਜਾਨਵਰ ਸੇਲ ਕਰਨ ਦਾ, ਨਾ ਉਹਦੇ ਤੋਂ ਬਾਅਦ ਅਸੀਂ ਕਿਸੇ ਨੂੰ ਮੈਚ ਕਰਾਉਣ ਦਾ ਜਾਂ ਮੈਚ ਇਸ ਚੀਜ਼ ਦਾ ਇਹਦਾ ਕੋਈ ਮੁਆਵਜ਼ਾ ਲਿਆ ਹੋਏ, ਇਸ ਚੀਜ਼ ਦੇ ਅਸੀਂ 1 ਰੁਪਏ ਦੇ ਰਵਾਦਾਰ ਨਹੀਂ ਆ। ਤੁਹਾਨੂੰ ਸ਼ਿਕਾਰੀ ਹਜ਼ਰਾਤ ਦੱਸਣਗੇ। ਬਿਲਕੁਲ ਸਹੀ। ਔਰ ਇਹ ਹੀ ਵਜ੍ਹਾ ਹੈ ਕਿ ਉਹਨਾਂ ਨੇ ਮੈਨੂੰ ਪ੍ਰਿੰਸ ਆਫ ਸ਼ਿਕਾਰ ਦਾ ਖਿਤਾਬ ਦਿੱਤਾ, ਗਰਾਊਂਡ ਦੇ ਵਿੱਚ ਖੜੇ ਹੋ ਕੇ ਤਮਾਮ ਸ਼ਿਕਾਰੀਆਂ ਨੇ। ਬਿਲਕੁਲ ਸਹੀ। ਉਹਦੇ ਤੋਂ ਬਾਅਦ ਆ ਗਿਆ ਅਗਲਾ ਮੈਚ, ਬਿਲਕੁਲ ਸਹੀ, ਉਹਦੇ ਵਿੱਚ ਉਹਨਾਂ ਨੇ ਮੈਨੂੰ ਕਿੰਗ ਆਫ ਸ਼ਿਕਾਰ ਦਾ ਖਿਤਾਬ ਵੀ ਦਿੱਤਾ। ਕਿੰਗ ਆਫ ਸ਼ਿਕਾਰ ਆਲ ਪਾਕਿਸਤਾਨ ਚੈਲੰਜ ਤੁਸੀਂ ਐਕਸੈਪਟ ਕੀਤਾ ਜੀ। ਔਰ ਉਹਦੇ ਦੇ ਵਿੱਚ ਜਿਸ ਟਾਈਮ ਮੈਂ ਆਲ ਪਾਕਿਸਤਾਨ ਚੈਲੰਜ ਵਿਨ ਕੀਤਾ, ਉਹਦੇ ਵਿੱਚ ਮੈਨੂੰ ਆਮ ਪਬਲਿਕ ਨੇ ਕਿੰਗ ਆਫ ਸ਼ਿਕਾਰ ਦਾ ਖਿਤਾਬ ਦਿੱਤਾ, ਸ਼ਿਕਾਰੀਆਂ ਨੇ ਮੈਨੂੰ ਪ੍ਰਿੰਸ ਆਫ ਸ਼ਿਕਾਰ ਦਾ ਦਿੱਤਾ। ਬਿਲਕੁਲ ਸਹੀ। ਇਹਨੂੰ ਤੁਸੀਂ ਟਾਈਟਲ ਨਹੀਂ ਕਹਿੰਦੇ, ਇਹਨੂੰ ਤੁਸੀਂ ਆਨਰ ਕਹਿੰਦੇ ਹੋ, ਇੱਜ਼ਤ ਕਹਿੰਦੇ ਹੋ। ਹਾਂ, ਬਿਲਕੁਲ ਸਹੀ। ਠੀਕ ਹੈ, ਟਾਈਟਲ ਉਹ ਹੁੰਦਾ ਜਿਹੜਾ ਦੂਸਰਾ ਵੀ ਲੈ ਸਕਦਾ ਹੈ। ਇਹ ਪੂਰੀ ਜ਼ਿੰਦਗੀ ਤੁਹਾਡੇ ਦੇ ਨਾਲ ਲੱਗਾ ਰਹਿੰਦਾ, ਅਟੈਚ ਹੋ ਗਿਆ, ਅਟੈਚ ਹੋ ਜਾਂਦਾ। ਅੱਛਾ ਸਰ, 8 ਤੋਂ 9 ਜਾਨਵਰ ਇੱਕ ਹੀ ਪੇੜ ਦੇ ਵਿੱਚ ਲੜਾਏ ਨੇ। ਅੱਛੇ ਸ਼ਿਕਾਰੀਆਂ ਨੇ ਬੜੇ ਬੜੇ ਜਾਨਵਰ ਰੱਖੇ, ਸੌਂਦੇ ਆ ਰਹੇ ਨੇ, ਕਿਸੇ ਨੇ ਕਾਫੀ ਕੁੱਤੇ ਰੱਖੇ, 20 ਰੱਖੇ, 25 ਰੱਖੇ ਆ, ਅੱਛੇ ਹਜੇ ਵੀ ਰੱਖੇ ਹੋਏ ਆ। ਲੇਕਿਨ ਐਟ ਅ ਟਾਈਮ ਮੈਂ ਆਪਣੇ ਨਾਕਿਸ ਇਲਮ ਦੇ ਮੁਤਾਬਕ ਨਹੀਂ ਵੇਖਿਆ ਕਿ ਕੋਈ ਬੰਦਾ, ਕੋਈ ਸ਼ਿਕਾਰੀ ਇੱਕ ਹੀ ਮੈਦਾਨ ਦੇ ਅੰਦਰ ਪੂਰੇ ਫਿੱਟ ਕਰਕੇ 8 ਜਾਨਵਰ ਲਿਆਵੇ, ਉਹਨਾਂ ਨੂੰ ਲੜਾਵੇ, ਅੱਛੇ ਤਰੀਕੇ ਨਾਲ, ਭਰਪੂਰ ਤਰੀਕੇ ਨਾਲ ਲੜਾਵੇ। ਇਹ ਤਾਂ ਮੈਂ ਤੁਹਾਨੂੰ ਦੱਸ ਦਿੰਦਾ, ਤੁਸੀਂ ਕੀ ਕਹਿਣਾ ਚਾਹੋਗੇ? ਫੈਸਲ ਸਾਹਿਬ, ਪਹਿਲੇ ਤੇ ਲੋਕ ਝੂਠ ਬੋਲਦੇ ਨੇ। ਜਾਨਵਰ ਹੁੰਦੇ ਨੇ 2, ਕਹਿ ਦਿੰਦੇ ਸਾਡੇ ਕੋਲ 7, ਜਿਹਦੇ ਕੋਲ 8 ਹੁੰਦੇ ਨੇ ਉਹ ਵਿੱਚ ਗੁੱਲਰ ਵੀ ਪਾ ਕੇ ਉਹ ਕਹਿ ਦਿੰਦਾ ਮੇਰੇ ਕੋਲ ਨੇ 20। ਸਹੀ। ਜਿਹਦੇ ਕੋਲ 20 ਹੁੰਦੇ ਨੇ ਉਹਨਾਂ ਦੀ ਕੁੱਤੀ ਸੌਂਦੀ, ਉਹਦੇ ਵੀ 10 ਬੱਤੇ ਵਿੱਚ ਪਾ ਕੇ ਉਹ ਕਹਿੰਦਾ ਉਹਦੇ ਕੋਲ ਨੇ 30। ਹਾਂਜੀ, ਠੀਕ ਹੈ। ਔਰ ਜੇ ਉਹਨਾਂ ਕੋਲ ਲੋਕਾਂ ਕੋਲ ਰਖਾਏ, ਕਿਸੇ ਕੋਲ ਉੱਧਰ ਰਖਾਏ, ਦੋਸਤਾਂ ਦੇ ਜਾਨਵਰ ਵਿੱਚ ਗਿਣਾ ਕੇ ਕਹਿ ਦਿੰਦੇ ਨੇ ਸਾਡੇ ਕੋਲ ਹੈ। ਪਹਿਲੇ ਤੇ ਲੋਕ ਬੋਲਦੇ ਹੀ ਝੂਠ ਨੇ। ਹਾਂਜੀ, ਫਲਾਣੇ ਕੋਲ ਰਖਾਇਆ, ਫਲਾਣੇ ਕੋਲ ਰਖਾਇਆ, ਇਹ ਤੇ ਪਹਿਲੇ ਤੇ ਇਹ ਝੂਠ ਬੋਲਦੇ ਨੇ। ਉਹਦੇ ਤੋਂ ਬਾਅਦ ਜਾਨਵਰ 15, 20, 30 ਮੈਂ ਵੀ ਰੱਖੇ ਹੋਣ ਔਰ ਉਹ ਮੈਦਾਨ ਦੇ ਵਿੱਚ ਨਾ ਪਹੁੰਚਣ, ਠੀਕ ਹੈ, ਐਟ ਏ ਟਾਈਮ, ਤੇ ਇਹਦਾ ਮਤਲਬ ਹੈ ਕਿ ਉਹ ਰੱਖਣ ਦਾ ਵੀ ਫਾਇਦਾ ਕੋਈ ਨਹੀਂ। ਸਹੀ। ਫਿਰ ਉਹ ਮੈਦਾਨ ਦੇ ਵਿੱਚ ਤੇ ਪਹੁੰਚ ਜਾਣ। ਕਈਆਂ ਨੇ ਇਸ ਤਰ੍ਹਾਂ ਵੀ ਹੋ ਸਕਦਾ ਕਿ ਜਾਨਵਰ ਕੱਲ ਨੂੰ 20 ਮੰਨ ਲਓ 10, 20, 30 ਹਜ਼ਾਰ ਦਾ ਜਾਨਵਰ ਲੈ ਕੇ ਆ ਕੇ ਜਾਂ 50,000 ਦਾ ਜਾਂ 70,000 ਦਾ ਲਿਆ ਕੇ ਲੈ ਆਓ। ਹਾਂਜੀ, ਉਹ ਤੇ ਇੱਕੋ ਦਫਾ ਮੈਦਾਨ ਵਿੱਚ ਜਾ ਕੇ ਫਾਰਗ ਹੋ ਜਾਣਗੇ। ਬਿਲਕੁਲ ਇਸ ਤਰ੍ਹਾਂ, ਬਲਕਿ ਮਿਆਰ ਵੀ ਨਹੀਂ ਬਣੇਗਾ, ਲੋਕ ਕਹਿਣਗੇ ਆ ਕਿਹੜੇ ਜਾਨਵਰ ਚੁੱਕ ਕੇ ਲਿਆਏ। ਬਿਲਕੁਲ ਇਸ ਤਰ੍ਹਾਂ ਹੀ। ਜਾਨਵਰ ਹੋਣਾ ਚਾਹੀਦਾ ਨਾ ਅੰਡਰਟੇਕਰ ਦੀ ਤਰ੍ਹਾਂ। ਬਿਲਕੁਲ ਜੀ। ਜਾਨਵਰ ਹੋਣਾ ਚਾਹੀਦਾ ਜੁਗਨੂ ਦੀ ਤਰ੍ਹਾਂ। ਬਿਲਕੁਲ। ਜਾਨਵਰ ਹੋਣਾ ਚਾਹੀਦਾ ਬਲੇਡ ਦੀ ਤਰ੍ਹਾਂ, ਡਾਨ ਦੀ ਤਰ੍ਹਾਂ, ਡਰੈਗਨ ਦੀ ਤਰ੍ਹਾਂ, ਵੰਪਾਇਰ ਦੀ ਤਰ੍ਹਾਂ, ਕਿੰਗ ਬੰਬੇ ਦੀ ਤਰ੍ਹਾਂ, ਇੱਕੋ ਮੈਚ ਦੇ ਵਿੱਚ ਲੜਨ। ਬਿਲਕੁਲ ਇਸ ਤਰ੍ਹਾਂ ਹੀ। ਬਲੈਕ ਲੇਬਲ ਇੱਕੋ ਮੈਚ ਦੇ ਵਿੱਚ ਲੜਨ, ਫਿਰ ਉਹ ਤੁਹਾਡੇ ਕੋਲੋਂ ਵਿਨ ਕਰਨ। ਬਿਲਕੁਲ ਇਸ ਤਰ੍ਹਾਂ। ਜਿਸ ਟਾਈਮ ਉਹ ਵਿਨ ਕਰਨ ਤੇ ਫਿਰ ਤੁਹਾਨੂੰ ਪਤਾ ਚੱਲਦਾ ਹੈ ਕਿ ਜਾਨਵਰ ਤੁਹਾਡੇ ਕੋਲ ਮਿਆਰੀ ਨੇ। ਵਾਹ ਜੀ ਵਾਹ, ਕੀ ਬਾਤ ਹੈ, ਕੀ ਬਾਤ ਹੈ, ਮਾਸ਼ਾਅੱਲਾ। ਇਹ ਵੈਸੇ ਸਰਦਾਰ ਸਾਹਿਬ ਜਿਹੜੇ ਤੁਹਾਡੇ ਅਗੇਂਸਟ ਬੈਠੇ ਸੀ ਜਾਂ ਜਿਹੜੇ ਤੁਹਾਡੇ ਹਮਾਇਤੀ ਬੈਠੇ ਸੀ ਗਰਾਊਂਡ ਦੇ ਅੰਦਰ, ਅਸੀਂ ਵੀ ਸਾਰੀ ਕਵਰੇਜ ਕੀਤੀ ਹੈ, ਇਹ ਉਹਨਾਂ ਦੇ ਮੂੰਹ 'ਚੋਂ ਬੇਲੋਸ ਨਿਕਲ ਗਿਆ ਵਾ ਕਿ ਗੁੱਜਰ ਸਾਹਿਬ ਨੇ ਵਾਕਈ ਬੜੇ ਅੱਛੇ ਜਾਨਵਰ ਲੜੇ। ਦੇਖੋ ਜੀ, ਜੁਗਨੂ ਸਰਦਾਰ ਕਯੂਮ ਸਾਹਿਬ ਦੇ ਜਾਨਵਰ ਨਾਲ ਬਿੱਲੂ ਦੇ ਭਰਾ ਨਾਲ ਲੜਿਆ, ਬਿਲਕੁਲ ਲੜਿਆ। ਅੰਡਰਟੇਕਰ 16 ਲੱਖੀ ਨਾਲ ਲੜਿਆ ਜੀ। ਬਲੇਡ ਸ਼ੌਕਤ ਸਦਵਾਲ ਸਾਹਿਬ ਨਾਲ ਲੜਿਆ, 8 ਲੱਖੀ ਨਾਲ ਲੜਿਆ। 8 ਸਪਰਾਵਾਂ ਵਾਲਾ 8 ਲੱਖ ਵਾਲਾ, ਲੇਕਿਨ ਸ਼ੌਕਤ ਸਦਵਾਲ ਕਿੰਗ ਪੱਪੂ ਦੇ ਮਾਲਕ ਨਾਲ, ਮਰਹੂਮ ਜਿਹੜੇ ਨੇ ਉਹਨਾਂ ਦੇ ਨਾਮ ਤੇ ਲੜਿਆ। ਉਸੇ ਤਰ੍ਹਾਂ ਵੰਪਾਇਰ ਜਿਹੜਾ ਜਾਨ ਹਿਲਜੀ ਵਾਲੇ ਨਾਲ ਲੜਿਆ, ਬਿਲਕੁਲ ਸਹੀ। ਕਿੰਗ ਬੰਬੇ ਰਾਜਾ ਮੁਨਸਬ ਵਾਲੇ ਨਾਲ ਲੜਿਆ, ਬਿਲਕੁਲ ਜੀ। ਪੂਰੇ ਪਾਕਿਸਤਾਨ ਦੇ ਹਰ ਗਰੁੱਪਾਂ ਦੇ ਸਦਰ ਨਾਲ ਅਲੱਗ-ਅਲੱਗ ਇੱਕੋ ਮੈਚ ਨਾਲ ਮੇਰੇ ਇਕੱਲੇ ਦੇ ਜਾਨਵਰ ਲੜਦੇ ਨੇ ਪਏ। ਬਲੈਕ ਲੇਬਲ ਵੀ ਇਸ ਤਰ੍ਹਾਂ ਲੜਿਆ, ਠੀਕ ਹੈ।
ਗੱਲ ਤੇ ਫਿਰ ਮਜ਼ਾ ਤੇ ਫਿਰ ਆਉਂਦਾ ਨਾ, ਪੂਰੇ ਪਾਕਿਸਤਾਨ ਦੇ ਸ਼ਿਕਾਰੀ ਇੱਕ ਸਾਈਡ ਤੇ ਹੋਣ ਔਰ ਤੁਹਾਡੇ ਇਕੱਲੇ ਜਾਨਵਰ ਫੇਰ ਹੋਣ, ਫਿਰ ਤੇ ਤੁਹਾਨੂੰ 30-35 ਜਾਨਵਰ ਰੱਖਣ ਦਾ ਸਵਾਦ ਆਉਂਦਾ ਹੈ। ਨਹੀਂ ਸਰ ਜੀ, ਟਾਈਟਲ ਵੀ ਤਾਂ ਹੀ ਮਿਲਦੇ ਨੇ। ਢੇਰ ਹੀ ਮਿਲਦੇ ਨੇ। ਟਾਈਟਲ ਵੀ ਤਾਂ ਹੀ ਮਿਲਦੇ ਨੇ, ਇੱਕ ਅੱਧੇ ਜਾਨਵਰ ਲੜਾਉਣ ਨਾਲ ਟਾਈਟਲ ਟਾਈਟਲ ਨਹੀਂ ਮਿਲਦੇ, ਨਹੀਂ ਮਿਲਦੇ। ਇਸੇ ਤਰ੍ਹਾਂ ਮਿਲਦੇ ਟਾਈਟਲ। ਜੀ ਜੀ, ਬਹੁਤ ਸ਼ੁਕਰੀਆ ਫੈਸਲ ਸਾਹਿਬ। ਦੋਸਤੋ ਮੌਜੂਦ ਸੀ ਸਾਡੇ ਨਾਲ ਚੌਧਰੀ ਫਵਾਦ ਅਲੀ ਗੁੱਜਰ ਸਾਹਿਬ, ਪੂਰੀ ਟੀਮ ਇਹਨਾਂ ਦੀ ਦੋਸਤੋ ਮੌਜੂਦ ਆ, ਤੇ ਸ਼ੌਕ ਸ਼ਿਕਾਰ ਕਰਕੇ ਵਿਖਾਇਆ। ਚੱਕ ਗੁੱਜਰਾਂ ਪੂਰੀ ਦੁਨੀਆ ਤੇ ਮਸ਼ਹੂਰ ਆ, ਤੇ ਸ਼ੌਕ ਸ਼ਿਕਾਰ ਦੇ ਅੰਦਰ ਵੀ ਇਹਨਾਂ ਨੇ ਬਹੁਤ ਜ਼ਿਆਦਾ ਨਾਮ ਕਮਾਇਆ। ਚੌਧਰੀ ਫਵਾਦ ਅਲੀ ਗੁੱਜਰ ਸਾਹਿਬ ਨੇ ਮਿਆਰੀ ਜਾਨਵਰ ਇਹਨਾਂ ਦੇ ਕੋਲ ਮੌਜੂਦ ਆ। ਇੱਕ ਦਫਾ ਫੇਰ ਸਰ ਤੁਹਾਨੂੰ, ਤੁਹਾਡੇ ਪੂਰੇ ਗਰੁੱਪ ਨੂੰ ਅੱਛੇ ਮੈਚ ਕਰਵਾਉਣ ਤੇ, ਅੱਛੇ ਕੁੱਤੇ ਲੜਾਉਣ ਤੇ, ਅੱਛਾ ਸ਼ੌਕ ਸ਼ਿਕਾਰ ਕਰਾਉਣ ਤੇ ਦਿਲ ਦੀ ਅਤਾ ਕਰਾਈਆਂ ਨੂੰ ਮੁਬਾਰਕਬਾਦ ਦਿੰਦੇ ਆ। ਬਹੁਤ ਸ਼ੁਕਰੀਆ ਪਾਕਿਸਤਾਨ ਫੈਸਲ ਜ਼ਿੰਦਾਬਾਦ। ਸਾਹਿਬ। ਮੈਂ ਇੱਥੇ ਅਗਰ ਜ਼ਿਕਰ ਨਾ ਕਰਾਂ, ਮੇਰੇ ਕੋਲ ਮੇਰੇ ਗਰੁੱਪ ਦੇ ਵਿੱਚ ਲੜਦਾ ਮੁਹੰਮਦ ਅਲੀ ਹਲ ਸਾਹਿਬ ਦਾ ਜਾਨਵਰ, ਸਹੀ ਉਹਦੇ ਤੋਂ ਬਾਅਦ ਬੋਬੀ ਵਾਲਾ ਜਾਨਵਰ। ਸਹੀ। ਇਹ ਦੋਨੋਂ ਜਾਨਵਰ ਬਹੁਤ ਅੱਛੇ ਪਾਕਿਸਤਾਨ ਦੇ ਆਊਟ ਕਲਾਸ ਜਾਨਵਰ ਨੇ। ਬੋਬੀ ਵਾਲੇ ਉਹ ਜਾਨਵਰ ਆਮ ਸ਼ਿਕਾਰੀ ਨੇ, ਉਹ ਕੱਲਾ ਕੱਲਾ ਜਾਨਵਰ ਉਹਨਾਂ ਨੇ ਰੱਖਿਆ ਹੈ, ਔਰ ਪਾਕਿਸਤਾਨ ਦੇ ਟਾਪ ਦੇ ਜਾਨਵਰਾਂ ਵਿੱਚ ਨੇ। ਇਹ ਜਿਹੜੇ ਦੂਸਰੇ ਲੋਕ ਆਪਣੇ ਜਾਨਵਰਾਂ ਨੂੰ ਫੇਮਸ ਕਰਦੇ ਨੇ, ਉਹ ਆਪ ਦੂਸਰੇ ਲੋਕਾਂ ਦੇ ਨਾਮ ਲੈ ਕੇ ਲਿਖਦੇ ਨੇ ਉਹਦੇ ਉੱਤੇ, ਉਹ ਮੇਰੇ ਜ਼ਾਤੀ ਜਾਨਵਰ ਕੋਈ ਨਹੀਂ, ਉਹਨਾਂ ਦੇ ਜਾਨਵਰ ਨੇ, ਔਰ ਬਹੁਤ ਅੱਛੇ ਸ਼ਿਕਾਰੀ ਨੇ। ਇਸ ਤਰ੍ਹਾਂ ਦੇ ਸ਼ਿਕਾਰੀ ਦੀ ਜਿਹਨੇ ਕੱਲਾ ਕੱਲਾ ਜਾਨਵਰ ਰੱਖਿਆ, ਆਪਣਾ ਪੇਟ ਕੱਟ ਕੇ ਉਸ ਜਾਨਵਰ ਦੀ ਸਰ ਉਹ ਤਿਆਰੀ ਕਰਦਾ। ਮੈਂ ਇੱਥੇ ਗੱਲ ਤੱਕ ਤੁਹਾਡੀ ਟੋਕਾਂਗਾ, ਬੋਬੀ ਵਾਲਾ ਜਾਨਵਰ ਬੋਬੀ ਦੇ ਨਾਮ ਤੋਂ ਲੜਿਆ ਵਾ ਜੀ। ਬੋਬੀ ਵਾਲਾ ਜਾਨਵਰ ਕਿਹਾ ਕਿ ਇਹਨੂੰ ਪਿੱਛੇ ਕਰਤਾ, ਉਹਦੇ ਮਾਲਕ ਨੂੰ ਪਿੱਛੇ ਨਹੀਂ ਕੀਤਾ। ਨਹੀਂ ਕੀਤਾ। ਬੋਬੀ ਵਾਲਾ ਜਾਨਵਰ ਬੋਬੀ ਦੇ ਨਾਮ ਤੇ ਲੜਿਆ। ਬੋਬੀ ਖੁਦ ਜੇਲ੍ਹ ਦੇ ਵਿੱਚ ਸੀ, ਉਹਦੇ ਨਾਮ ਤੇ ਲੜਿਆ। ਅਸੀਂ ਉਹਨਾਂ ਨਾਲ ਕੋਆਪਰੇਟ ਕਰਕੇ ਉਹਨਾਂ ਦਾ ਜਾਨਵਰ ਲੜਾਇਆ ਹੈ, ਲੇਕਿਨ ਮਾਲਕ ਉਹੀ ਨੇ। ਇਸ ਤਰ੍ਹਾਂ ਮੁਹੰਮਦ ਅਲੀ ਹਲ ਸਾਹਿਬ ਦਾ ਜਾਨਵਰ ਹੈ, 2 ਦਫਾ ਸਾਡੇ ਦੋਨਾਂ ਮੈਚਾਂ ਵਿੱਚ ਵਿਨ ਕੀਤਾ ਹੈ। ਉਹ ਜਾਨਵਰ ਬਹੁਤ ਅੱਛਾ ਹੈ। ਉਹ ਇਸ ਤਰ੍ਹਾਂ ਦੇ ਸ਼ਿਕਾਰੀ ਦੀ ਅਸੀਂ ਕਦਰ ਕਰਨੇ ਆ, ਵਾਹ ਜੀ। ਜਿਹੜਾ ਆਪਣਾ ਪੇਟ ਕੱਟ ਕੇ ਆਪਣੇ ਕੰਮ ਵਸਾਇਲ ਦੇ ਵਿੱਚ ਪਾਕਿਸਤਾਨ ਲੈਵਲ ਤੇ ਉਹਦਾ ਜਾਨਵਰ ਵਿਨ ਕਰਦਾ ਹੈ, ਉਸ ਤਰ੍ਹਾਂ ਦੇ ਸ਼ਿਕਾਰੀ ਦੀ ਅਸੀਂ ਕਦਰ ਕਰਨੇ ਆ। ਵਾਹ ਜੀ। ਜਿਹੜੇ ਝੂਠੇ ਸ਼ਿਕਾਰੀ ਬਣੇ ਨੇ, ਲੋਕਾਂ ਦੇ ਜਾਨਵਰਾਂ ਤੇ ਆਪਣਾ ਨਾਮ ਲਿਖਾ ਕੇ, ਉਹਨਾਂ ਨਾਲ ਸਾਡਾ ਇਤਰਾਜ਼ ਹੈ। ਹਾਂਜੀ ਸਰ, ਇੱਥੇ ਇੱਕ ਹੋਰ ਵੀ ਮੇਰਾ ਸਵਾਲ ਆ ਕਿ ਆਇਆ ਕਿ ਪਾਕ ਗੁੱਜਰ ਗਰੁੱਪ ਉਹਨਾਂ ਨਾਲ ਹੀ ਸ਼ੌਕ ਕਰੇਗਾ ਕਿ ਜਿਹੜੇ ਹਾਈ ਲੈਵਲ ਦੇ ਬੰਦੇ ਆ, ਕਿ ਜਾਂ ਜਿਹੜੇ ਅੱਛੇ ਮਿਆਰੀ ਸ਼ੌਕ ਸ਼ਿਕਾਰ ਦਰਮਿਆਨੇ ਲੈਵਲ ਦੇ ਬੰਦੇ ਆ, ਕਿ ਗੁੱਜਰ ਗਰੁੱਪ ਕੋ ਮੈਚ ਮੰਗਣ, ਗੁੱਜਰ ਗਰੁੱਪ ਉਹਨਾਂ ਨੂੰ ਮੈਚ ਦੇਗਾ? ਜਿਨ੍ਹਾਂ ਕੋਲ ਜਾਨਵਰ ਚੰਗੇ ਹੋਣ, ਆਮ ਬੰਦੇ ਹੋਣ। ਫੈਸਲ ਸਾਹਿਬ, ਜਿਨ੍ਹਾਂ ਕੋਲ ਜਾਨਵਰ ਅੱਛੇ ਹੋਣ, ਜਿਹੜੇ ਆਮ ਸ਼ਿਕਾਰੀ, ਉਹਨਾਂ ਨੂੰ ਆਮ ਸ਼ਿਕਾਰੀ ਤੁਸੀਂ ਨਹੀਂ ਕਹਿ ਸਕਦੇ, ਅੱਛੇ ਸ਼ਿਕਾਰੀ ਹੋਣ, ਅੱਛਾ ਗਰੁੱਪ ਹੋਵੇ। ਯਾਨੀ ਕਿ ਮੈਂ ਵਾਅਦੇ ਕਰ ਦਿੰਦਾ, ਗੱਡੀਆਂ ਵਾਲੇ ਨਹੀਂ ਹੈਗੇ ਵਿਚਾਰੇ, ਮੋਟਰਸਾਈਕਲਾਂ ਵਾਲੇ ਆ। ਗੱਡੀਆਂ ਵਾਲਿਆਂ ਦਾ ਤਾਂ ਤੁਸੀਂ ਅਸ਼ਰ ਦੇਖ ਲਿਆ ਨਾ। ਹਾਂਜੀ। ਗੱਡੀਆਂ ਵਾਲਿਆਂ ਨੂੰ ਤੇ ਕਿਸੇ ਨੂੰ ਗਰੁੱਪ ਨੂੰ ਅਸੀਂ ਮਾਫ ਨਹੀਂ ਕੀਤਾ। ਉਹਨਾਂ ਨੂੰ ਚੈਲੰਜ ਹੋਣ ਤੇ ਉਹਨਾਂ ਕੋਲ ਕੋਈ ਪਿੱਛੇ ਦਲੀਲ ਨਹੀਂ ਰਹਿ ਗਈ। ਨਹੀਂ ਰਹਿ ਗਈ, ਬਿਲਕੁਲ ਨਹੀਂ। ਗੱਡੀਆਂ ਤੋਂ ਲੈ ਕੇ ਜਹਾਜ਼ਾਂ ਵਾਲਿਆਂ ਨੂੰ ਵੀ ਮਾਰ ਲਿਆ ਸੀ। ਬਿਲਕੁਲ ਮਾਰ ਲਿਆ। ਹੁਣ ਰਹਿ ਗਈ ਗੱਲ ਆਮ ਸ਼ਿਕਾਰੀ ਦੀ, ਤੇ ਆਮ ਸ਼ਿਕਾਰੀ ਦਾ ਇਹ ਪਾਕ ਗੁੱਜਰ ਗਰੁੱਪ ਹੈ। ਸਾਡੀ ਆਮ ਸ਼ਿਕਾਰੀ ਨਾਲ ਲੜਾਈ ਕੋਈ ਨਹੀਂ। ਆਮ ਸ਼ਿਕਾਰੀ ਦੀ ਅਸੀਂ ਉਂਝ ਹੀ ਕਦਰ ਕਰਨੇ ਆ। ਗੱਡੀਆਂ ਵਾਲਿਆਂ ਦਾ ਤੁਸੀਂ ਅਸ਼ਰ ਦੇਖ ਲਿਆ। ਵਾਹ ਜੀ ਵਾਹ ਜੀ, ਬਹੁਤ ਸ਼ੁਕਰੀਆ। ਕੋਈ ਬੰਦਾ ਇਹ ਵੀ ਵੀਡੀਓ ਦੱਸ ਦੇ, ਕੋਈ ਬੰਦਾ ਪਾਕ ਗੁੱਜਰ ਗਰੁੱਪ ਨੂੰ ਜੁਆਇਨ ਕਰਨਾ ਚਾਹੁੰਦਾ ਵਾ, ਉਹਦੇ ਵਿੱਚ ਕੋਈ ਲਿਮਟ ਤੇ ਨਹੀਂ ਹੈ ਉਹਦੀ ਕੋਈ? ਪਾਕ ਗੁੱਜਰ ਗਰੁੱਪ ਦੇ ਵਿੱਚ ਮੈਂ ਵੀ ਆਮ ਸ਼ਿਕਾਰੀ ਆ, ਤੇ ਜਿਹੜੇ ਦੂਸਰੇ ਨੇ ਆਮ ਸ਼ਿਕਾਰੀ ਨੇ, ਉਹਦੇ ਚ ਉਹਦਾ ਹੀ ਕੋਈ ਨਹੀਂ, ਉਹਦਾ ਹੀ ਸਭ ਬਰਾਬਰ ਨੇ। ਪੂਰਾ ਪਾਕਿਸਤਾਨ ਦੇ ਜਿਤਨੇ ਕੋਈ ਲੋਕ, ਸਦਰ ਨਹੀਂ, ਕੋਈ ਵਜ਼ੀਰ ਨਹੀਂ, ਕੋਈ ਨਹੀਂ। ਉਹ ਸਦਰ ਸੁਦਰ ਤੇ ਪੈਸੇ ਖਾਣ ਵਾਸਤੇ ਬਣੇ ਨੇ। ਅੱਛਾ। ਉਹ ਤੇ ਲੋਕਾਂ ਦੇ ਜਾਨਵਰਾਂ ਦੇ ਉੱਤੇ, ਆਮ ਲੋਕਾਂ ਕੋਲ ਜਾ ਕੇ ਉਹਨਾਂ ਨੂੰ ਮਿਸਯੂਜ਼ ਕਰਕੇ ਆਪਣਾ ਨਾਮ ਬਣਾਉਣ ਵਾਸਤੇ ਉਹਨਾਂ ਨੂੰ ਜ਼ਰੂਰਤ ਹੈ। ਪਾਕ ਗੁੱਜਰ ਗਰੁੱਪ ਦੇ ਜਿਤਨੇ ਬਲੈਕ ਬਲੇਡ ਡਾਨ ਹੈ, ਸਾਰੇ ਉਹਨਾਂ ਦੇ ਜਾਨਵਰ ਨੇ। ਮੇਰੇ ਜਾਨਵਰ ਮੁਹੰਮਦ ਅਲੀ ਖਲ ਸਾਹਿਬ ਦੇ ਵੀ ਨੇ, ਬੋਬੀ ਦੇ ਵੀ ਨੇ। ਬੋਬੀ ਵਾਲਾ ਜਾਨਵਰ ਇੱਧਰ ਵੀ ਹੈ ਪਾਕ ਗੁੱਜਰ ਗਰੁੱਪ। ਵਾਹ ਜੀ ਵਾਹ। ਪਾਕ ਗੁੱਜਰ ਗਰੁੱਪ ਵਿੱਚ ਇਹੀ ਤੇ ਗੱਲ ਹੈ ਜਿਹਦੀ ਵਜ੍ਹਾ ਨਾਲ ਤੁਹਾਨੂੰ ਇਹ ਗਰੁੱਪਾਂ ਵਾਲੇ ਸਾਰੇ ਇਹਦੇ ਅਗੇਂਸਟ ਹੋਏ ਨੇ। ਲੇਕਿਨ ਆਮ ਸ਼ਿਕਾਰੀ ਜਿਹੜਾ ਪਾਕ ਗੁੱਜਰ ਗਰੁੱਪ ਨਾਲ ਲਵ ਕਰਦਾ ਸੀ। ਯਾਨੀ ਕਿ ਮੈਂ ਇੱਥੇ ਕਹਿ ਦੇਵਾਂ ਕਿ ਪਾਕ ਗੁੱਜਰ ਗਰੁੱਪ ਦਾ ਕੋਈ ਮੈਂਬਰ ਕੋਈ ਅਹੁਦੇ ਤੇ ਨਹੀਂ, ਕੋਈ ਫੰਡਿੰਗ ਨਹੀਂ ਇਕੱਠਾ ਕਰਦਾ, ਕੋਈ ਫੰਡਿੰਗ ਇੱਕ ਪੈਸੇ ਦੇ ਸੀ ਕਿਸੇ ਕੋਲ ਰਵਾਦਾਰ ਨਹੀਂ, ਇੱਕ ਰਵਾਦਾਰ ਨਹੀਂ ਹੈਗਾ। ਚੌਧਰੀ ਫਵਾਦ ਅਲੀ ਗੁੱਜਰ ਸਾਹਿਬ ਆਪਣੇ ਬਿਹਾਫ ਤੇ ਟੋਟਲ ਮੈਨੇਜ ਕਰਦੇ ਨੇ, ਅੱਛਾ ਮੈਨੇਜ ਕਰਦੇ ਨੇ। ਤੇ ਫਿਰ ਟੋਟਲੀ ਜਿੰਨੇ ਵੀ ਦਿਨ ਫੰਕਸ਼ਨ ਹੁੰਦਾ ਵਾ, ਉਹ ਸਾਰੇ ਟੋਟਲ ਮੈਂ ਖੁਦ ਮੈਨੇਜ ਕਰਨਾ ਮੈਨੇਜ ਕਰਦੇ ਨੇ। ਤੇ ਅੱਛੀ ਇੰਤਜ਼ਾਮੀਆਂ, ਅੱਛਾ ਮੈਚ ਕਰਵਾਉਣ ਤੇ ਇੱਕ ਦਫਾ ਫਿਰ ਤੁਹਾਨੂੰ ਮੁਬਾਰਕਬਾਦ। ਬਹੁਤ ਸ਼ੁਕਰੀਆ ਜੀ। ਤੇ ਤੁਹਾਡੇ ਦੇਖਣ ਵਾਲੇ ਨੂੰ ਇਨਸ਼ਾਅੱਲਾ ਇਹ ਇੰਟਰਵਿਊ ਪਸੰਦ ਆਏਗਾ। ਦੋਸਤੋ ਪਸੰਦ ਆਏ ਤਾਂ ਅੱਗੇ ਵੀ ਸ਼ੇਅਰ ਕਰ ਦੇਣਾ। ਇਨਸ਼ਾਅੱਲਾ ਫਿਰ ਹਾਜ਼ਰ ਹੋਵਾਂਗੇ ਤੇ ਤੁਹਾਨੂੰ ਕੰਪਲੀਟ ਇਹਨਾਂ ਦੇ ਇੱਕ ਇੱਕ ਜਾਨਵਰ ਵਿਖਾ ਕੇ, ਤੇ ਨਾਲ ਇਹਨਾਂ ਦੇ ਸੈੱਟ ਪੂਰਾ ਘੋੜੇ ਛੋੜੇ ਮਾਸ਼ਾਅੱਲਾ ਬਹੁਤ ਅੱਛਾ ਸ਼ੌਕ ਸ਼ਿਕਾਰ ਆ, ਬੜਾ ਡੇਰਾ ਸ਼ੇਰਾਂ ਨੇ ਬਣਾਇਆ, ਸਾਰਾ ਕੰਪਲੀਟ ਇਨਸ਼ਾਅੱਲਾ ਦਿਖਾਵਾਂਗੇ। ਸਰ ਤੁਹਾਡਾ ਸ਼ੁਕਰੀਆ, ਮਿਹਰਬਾਨੀ, ਤੁਸੀਂ ਸਾਨੂੰ ਟਾਈਮ ਦਿੱਤਾ ਆਪਣੇ ਕੀਮਤੀ ਵਕਤ 'ਚ। ਦੋਸਤੋ ਦੁਆਵਾਂ ਯਾਦ ਰੱਖਿਓ। ਅੱਲਾ ਹਾਫਿਜ਼।